हाल है भाई? ठीक ठाक हमारा यानी मित्रा क्या हाल है मित्र प्यारे हो? क्या हाल है तुम्हारा? तुम कहाँ से हो? अच्छा ढोट का की हाल चाल है? ढोट सोहना सुनखा बड़ा यार। तू भी अज परना बन के पता जज जानी दस हूँ किवें चलदी है दुकान? मैनू ना क्या मैं जॉनी ने ना पीती ना चाह ते मैनू ऐ लगना मैं पाप सारे हिंदुस्तान जिंदाबाद। सारे हिंदुस्तान भावें सिद्धू का पता होवे ना होवे पर ज्ञानी का पता है। ज्ञानी का पता तो राजदीप सरसा जी बैठे ਉਹਨੇ ਜਦੋਂ ਨਬਜ਼ ਬਣਨੀ ਹੈ ਨਾ ਲੋਕਾਂ ਨੇ ਕਰਕੇ ਉਹਨੇ ਆ ਕੇ ਗਿਆਨੀ ਦੇ ਬਹਿਣਾ ਪਰ ਇੱਕ ਗੱਲ ਸੁਣ ਲੈ ਹੁਣ ਕਚੌਰੀ ਨਾ ਸਮਝ ਮੇਰਾ ਕਿਤੇ ਸਟੰਟ ਪਵਾ ਦੇ ਤੁਹਾਨੂੰ ਨਹੀਂ ਤਗੜੇ ਕਰਨਾ ਓਏ ਗੱਲ ਨੂੰ ਚੱਲ ਓ ਨਹੀਂ ਨਹੀਂ ਬਾਬਾ ਤੇਰੇ ਕੋਈ ਮੈਂ ਕੋਈ ਸ਼ਹਿਨशाह ਚੁੱਪ ਕਰ ਵਾਹ ਕੀ ਬਾਤ ਹੈ। ਬੜੀ ਦੇਰ ਬਾਅਦ ਗਿਆਨੀ ਦੇ ਬੈਂਚ ਵਾਲੇ ਬੈਠੇ ਆ ਭਾਈ। ਹੈਂ ਉਹ ਅੱਗੇ ਗਿਆਨੀ ਸਟੂਲ ਹੁੰਦੇ ਸੀ ਉਹ ਜਿਹੜੇ ਲੱਕੜ ਵਾਲੇ ਹੈਂ ਗਿਆਨੀ ਸਟੂਲ ਲਿਆ ਯਾਰ ਇੱਕ ਲੱਕੜ ਵਾਲਾ ਉਹ ਲੱਕੜ ਵਾਲਾ ਹੋਇਆ ਉਹ ਸੁਣਾਓ ਅੱਜ ਤੁਹਾਡੇ ਨਾਲ ਗੱਲਾਂ ਮਾਰਦੇ ਆ ਤੁਹਾਡੇ ਨਾਲ ਅੱਜ ਗੱਲਾਂ ਮਾਰਦੀਆਂ ਮੈਂ ਸਟਾਰ ਕਿਸ ਤਰ੍ਹਾਂ ਚੱਲਦਾ ਆਣਾ ਚੱਲਦਾ ਸਰ ਮਿਲੀ ਹੋ ਗਏ ਲੋਕ ਕੋਰੋਨਾ ਹੋ ਗਿਆ जीएसटी ये नहीं बने जीएसटी 1000 अमेंडमेंट लगती है कितनी दोनों लागू 1000 अमेंडमेंट ਇਹਦਾ ਦੇਖੋ ਮੈਂ ਜੇ ਮੇਰੇ ਇੱਥੇ ਆਉਣ ਦਾ ਕਾਰਨ ਜਿਹੜਾ ਨਾ ਉਹ ਇਹੀ ਪੁੱਛਣਾ ਸੀਗਾ ਲੋਕਾਂ ਇਹਦੇ ਚੋਰਸ ਕੋਲ ਲੈ ਜਾਓ ਚੋਰਸ ਕੋਈ ਨਹੀਂ ਲੋਕ ਭਾਵੇਂ ਦੋ ਚਾਰ ਗੱਲਾਂ ਕਰੋ नहीं नहीं कुर्सी यानी कुर्सी तेरे खातर है मेरे खातर मैं कहना वो गलासी च लिया गलासी च लिया चाह तेरी स्वाद तां ही लगदी मैनूं नहीं तो मैं पीना मिठा घट कुछ गेम ये जिहड़ा षड्यंत्र है ये बड़े सालों तो चल रहा और इस षड्यंत्र च हर बंदा चपेटे बंदे को आता है कि अज किसान कि अज किसान लड़ाई इन्ना चपेटे पे आम आदमी कि तुम हराम है सरकार गीत गाउंदियां रहियां ने पुराने जो गाने होंगे पुराने जो गाने होंगे कि पर्दे में रहने दो पर्दा ना हो पर्दा जो उठ गया तो फिर हाय तो बेद खुल जाए हाँ बुलाओ जिन्होंने बेद खुल जाए बेद खुल जाए भेज ना तो खुलन डे जिमें प्याज दियां परतां जिमें प्याज दियां परतां ऐ खुली पोता इन्हां दे भेज कड़ा पड़दा पिया भेज किद्दां खुलन डे पहली गल तो ये कि सरकार कहती जी असीं बड़े पाते खां पंजाब की सरकार की सिटी 10 साल वाली कर्जा चढ़ाऊगी सब तो बड़ा बोझ धरती के उत्ते की है मैनूं दस दो किसान खुदकुशियां क्यों करता है की है सब तो बड़ा ये सब तो बड़ा बोझ कर्जा ही है ना मैं कहना इस तो उत्ते नहीं कोई बोझ है महाभारत देखो कर्जा है वो सब दुखी वाह क्या बात करती इसे करके किसान दुखी है खुदकुशियां कर रहे हैं बाकी भी व्यापारी भी उन्होंने उत्ते भी कर्जे ने हुण तुसीं देखो हिंदुस्तान की सरकार की जब तक सरदार मनमोहन सिंह 67 साल ध्यान नाल सुनियो गल 67 साल कर्जा 54 लाख करोड़ 67 साल पूरे 67 साल कर्जा 54 लाख करोड़ ये आए सुनो ये आए 4.5 साल कर्जा 82 लाख समझो ये बड़े मतलब डींगा मारते खड़के कि
ਗੇਮਾਂ ਚਲਾਈਆਂ ਨਾ ਇਹ ਵੱਡੀਆਂ ਕਿ ਜੀ ਡੈਟ ਵੀ ਆਊਗੀ ਤੇ ਕਰਜ਼ਾ ਵੀ ਆਊਗਾ ਜੀ, ਐ ਮੋੜਾਂਗੇ ਜੀ, ਐ ਡਿਵੈਲਪਮੈਂਟ ਕਰਾਂਗੇ। ਇਹ ਹਵਾਈ ਕਿਲੇ ਆ ਸਾਰੇ। ਮੈਂ ਤੁਹਾਨੂੰ ਇਹਦਾ ਉਦਾਹਰਨ ਦਿੰਦਾ, ਜਦੋਂ 67 ਸਾਲਾਂ ਦੇ ਵਿੱਚ ਕਰਜ਼ਾ ਚੜਿਆ ਤੇ 1 ਸਾਲ ਦੇ ਵਿੱਚ 74,000 ਕਰੋੜ ਰੁਪਇਆ ਕਰਜ਼ਾ ਚੜਦਾ ਸੀ। ਲੇਕਿਨ ਸੁਣਨ ਵਾਲੀਆਂ ਗੱਲਾਂ 74,000 ਕਰੋੜ ਰੁਪਇਆ ਕਰਜ਼ਾ ਚੜਦਾ ਸੀ, ਔਰ 1 ਮਹੀਨੇ 'ਚ 1200 ਕਰੋੜ ਦੇਸ਼ ਦੇ ਪੂਰੇ ਦੇ। ਇਹ ਸਰਕਾਰ ਆਈ ਇਹਨਾਂ ਦੀ 2014 ਵਿੱਚ, ਠੀਕ ਹੈ ਠੀਕ ਹੈ। 1 ਸਾਲ ਦੇ ਵਿੱਚ 7 ਲੱਖ ਕਰੋੜ ਰੁਪਇਆ ਹਿੰਦੁਸਤਾਨ ਦੇ ਉੱਤੇ ਕਰਜ਼ਾ ਚੜਦਾ, ਔਰ 1 ਮਹੀਨੇ ਦੇ ਵਿੱਚ 60,000 ਕਰੋੜ ਰੁਪਇਆ। ਹੁਣ ਹੈ ਬੋਝ ਮੇਰੀ ਗੱਲ ਇਹ ਸਮਝ ਲਓ, 10 ਗੁਣਾ ਇਹ ਕਿਤੇ ਬੈਠਣ ਮੇਰੇ ਨਾਲ, ਕਿਤੇ ਬੈਠਾ ਮੈਂ। ਇਹ ਆਮ ਬੰਦੇ ਦੀ ਇੱਜ਼ਤ ਦੀ ਲੜਾਈ ਹੈ। ਮੈਂ ਤੁਹਾਨੂੰ ਫੇਰ ਕਹਿ ਰਿਹਾ, ਆਮ ਬੰਦੇ ਦੀ। ਮੈਂ ਤੁਹਾਨੂੰ ਸਮਝਾਊਂਗਾ ਔਰ ਇਹ ਗੱਲ ਨੂੰ ਸਮਝਣਾ, ਔਰ ਇਹ ਜ਼ਿਆਦਾ ਸੁਣਤਾ ਰਹੇ ਜ਼ਿਆਦਾ ਸਮਝਾਊਗਾ। ਵਾਹ ਗਿਆਨੀ ਕਮਾਲ ਕਰਦੀ ਕੰਡੇ ਵਾਲੀ ਹੈ। ਹੁਣ ਜਦੋਂ ਆਪਾਂ ਇਸ ਗੇਮ ਨੂੰ ਦੇਖਦੇ, ਲੋਕੀ ਸੋਚਦੇ ਵੀ ਕਰਜ਼ਾ ਤਾਂ ਕੋਈ ਹੋਰ ਹੀ ਮੋੜਦਾ ਹੈ, ਅੱਜ ਤਾਂ ਮੋੜਦੇ ਨਹੀਂ। ਪਰ ਸੱਚ ਗੱਲ ਕਿੰਨੀ ਖਾਦੀ ਆ ਨਾ ਜਦ ਚੁੱਪ ਹੈ। ਸਹੀ ਗੱਲ ਇਹ ਹੈ ਵੀ ਕਰਜ਼ਾ ਤੁਸੀਂ ਉਹ ਪਬਲਿਕ ਦੇ ਪੈਸਿਆਂ ਦੇ ਨਾਲ ਸਰਕਾਰ ਚੱਲਦੀ ਹੈ, ਕਿਉਂਕਿ ਸਰਕਾਰ ਤੇ ਕਿਰਾਏ ਵਾਲੀ ਹੈ। ਦੁਕਾਨਦਾਰ ਦੇ ਉੱਤੇ ਜੋ ਦੁਕਾਨ ਨਹੀਂ ਦਿੰਦੇ ਉਹਦੇ ਕਿਰਾਏ ਨੇ, ਸ਼ਾਇਦ ਤੱਕ ਕਿਰਾਏਦਾਰ 5 ਸਾਲ ਹੈ 6 ਸਾਲ ਹੈ, ਨਹੀਂ ਹੈ सरकार ने आना, सरकार ने जाना, ਸਰਕਾਰ ਨੇ ਆਉਣਾ, ਸਰਕਾਰ ਨੇ ਜਾਣਾ। हर हिंदुस्तानी के सिर ते करता है। तुसीं अपनी मेहनत नाल आप टैक्स पे करके ये करदा मोड़ना ते टैक्स गला होई नहीं, ये इनकम टैक्स है। ਹਾਂ ਆ ਦੇਖੋ ਗੱਲ ਕਹੀ ਹੈ, ਟੈਕਸ ਕਿਹੜਾ ਇੰਡਾਇਰੈਕਟ ਟੈਕਸ ਕਿਹੜਾ। ਤੁਸੀਂ ਟੁੱਥਪੇਸਟ ਖਰੀਦਦੇ ਹੋ, ਟੈਕਸ ਨਹੀਂ ਹੈ। ਤੁਸੀਂ ਤੇਲ ਖਰੀਦਦੇ ਹੋ, ਪੈਟਰੋਲ ਦੀ ਟੈਕਸ ਨਹੀਂ। ਦੁਨੀਆ ਦਾ ਸਭ ਤੋਂ ਵੱਧ, ਠੀਕ ਹੈ। ਤੁਸੀਂ ਮਤਲਬ ਭਿਖਾਰੀ ਤੇ ਵੀ ਟੈਕਸ ਹੈ। ਲੋਕੀ ਕਹਿੰਦੇ ਨੇ ਟੈਕਸ ਨਹੀਂ, ਟੈਕਸ ਅਸੀਂ ਨਹੀਂ ਦਿੰਦੇ। ਬੇਟਾ ਭਿਖਾਰੀ ਤੇ ਵੀ ਟੈਕਸ ਹੈ। ਕਿੱਦਾਂ? ਕਿਉਂਕਿ ਜੇ ਕਿਸੇ ਭਿਖਾਰੀ ਨੂੰ ਕਹਿੰਦੇ 10 ਰੁਪਏ ਦੇ ਤੇ 20 ਰੁਪਏ ਦੇ ਤੇ, ਜੇ ਉਹਨੇ ਬਿਸਕੁਟਾਂ ਦਾ ਪੈਕਟ ਵੀ ਖਰੀਦਿਆ, ਉਹ ਬਿਸਕੁਟਾਂ ਦੇ ਪੈਕਟ ਦੇ ਉੱਤੇ ਵੀ ਟੈਕਸ। ਤੇ ਜਾਂਦਾ ਕਿਹਦੇ ਕੋਲ ਹੈ? ਸਰਕਾਰ ਕੋਲ। ਤੇ ਸਰਕਾਰ ਬਣਦੀ ਹੈ ਫਿਰ ਪਾਣੇ ਖਾ ਵੀ ਅਸੀਂ ਕਰ ਰਹੇ ਹਾਂ। ਕੀ ਕਰ ਰਹੇ ਹਾਂ? ਸਵਾਹ ਕਰ ਰਹੇ ਹਾਂ। ਮੈਂ ਕਹਿੰਦਾ ਤੁਸੀਂ ਕੱਖ ਨਹੀਂ ਕਰ ਰਹੇ। ਤੁਸੀਂ ਉਹ ਆਮ ਬੰਦੇ ਦਾ ਪੈਸਾ, ਉਹਦੇ ਹੱਕਾਂ ਨੂੰ ਉਹਦੀ ਜੇਬ ਚੋਂ ਕੱਢ ਕੇ ਜੇਬ ਕਤਰੇ ਬਣ ਕੇ ਤੁਸੀਂ ਇਹ 4 ਆਪਦੇ ਚਹੀਤਿਆਂ ਦੀ ਜੇਬ ਪਾ ਰਹੇ। ਮੈਂ ਕਿਹਾ ਮੈਂ ਤੇ ਤੁਹਾਡੇ ਨਾਲ ਹੀ ਆ। ਜਦੋਂ ਤੁਹਾਡਾ ਪਿਆਰ ਦੇ ਨਾ ਮੁੰਡੇ ਦੀ ਸਮਾਈ ਦੇਖਦੀ ਮੈਂ ਬਣ ਗਿਆ ਸਾਰਾ ਕੁਝ। ਅਲਸੀ ਵਾਲੀ ਫਿਲਿੰਗ ਵੀ ਨਹੀਂ ਖਾਦੀ ਲੱਗਦੀ ਅੱਜ। ਇਹਨਾਂ ਨੇ ਕਰਨਾ मैं क्या जो चल रहा है ਲੋਕਾਂ ਦੀ ਆਵਾਜ਼ ਹੈ, ਲੋਕਾਂ ਦੀ ਆਵਾਜ਼ ਆ। ਹੈ ਤੁਸੀਂ ਆਈਡੀਅਲ ਜੀ, ਹਰ ਬੰਦਾ ਚਾਹੁੰਦਾ ਜੇ ਚ ਕੋਈ ਦੋ ਰਾਈ ਨਹੀਂ ਜੇ। ਤੁਹਾਡੇ ਵਰਗੇ ਸੁਲਝੇ ਹੋਏ, ਤੁਹਾਡੇ ਵਰਗੇ ਨੇਤਾ ਬਹੁਤ ਜ਼ਰੂਰਤ ਹੈ। ਹਜੇ ਤੇ ਮੈਂ ਪੁੱਛੀਆਂ ਸੁਲਝਾਉਣੀਆਂ, ਫਿਰ ਦੇਖੋ। ਹਜੇ ਤੇ ਪਰਦਾ ਮੈਂ ਚੁੱਕਣਾ ਹਾਲੇ। पढ़ना पड़े तुसी करना है। ਇਹ ਤੁਸੀਂ ਕਰਨਾ ਸਰ ਆਪਾਂ ਇਹ ਸਾਰੀ ਪਬਲਿਕ ਹੈ ਨਹੀਂ, ਸਾਰੀ ਪਬਲਿਕ ਤੁਹਾਡੇ ਦਾ। ਮੈਂ ਦੇਖੋ ਮੈਂ ਕੀ ਕਰਦਾ, ਕਚੌੜੀ ਖਾ ਕੇ ਅਲਗ ਨਹੀਂ ਕਰਦਾ। ਆਪ ਨਹੀਂ ਕਰਦਾ ਜਗਾਉਣਾ ਬੰਦੇ ਉਹਦੇ ਅੰਦਰ ਦੀ ਚੇਤਨਾ ਜਗਾਉਣਾ। ਬੈਠ ਫੜ ਕੇ ਐ ਨਹੀਂ ਕਰਨਾ ਨਾ ਕੋਈ, ਉਹ ਚਾਹੀਦਾ ਨਹੀਂ। ਉਹ ਪੰਜਾਬ ਨੂੰ ਚਾਹੀਦਾ ਜੇ, ਬਾਕੀ ਕੋਈ ਨਹੀਂ। ਬਾਕੀ ਆਪਾਂ ਅੱਗੇ ਵਧੀਏ, ਆਪਾਂ ਅੱਗੇ ਵਧੀਏ। ਇਹ ਪੈਸੇ ਇਹ ਕਿਹਦੇ ਤੋਂ ਆਉਂਦੇ? ਇਹ ਵਪਾਰੀ ਤੋਂ ਆਉਂਦੇ। ਇਹਨਾਂ ਨੇ ਉਹ ਬੜੀ ਮਾਰ ਪਾ ਦਿੱਤਾ। ਇਹ ਪੈਸੇ ਟੈਕਸ ਕੌਣ ਦਿੰਦਾ? ਇਹ ਵਪਾਰੀ ਦਿੰਦਾ, ਇਹ ਕਰਮਚਾਰੀ ਦਿੰਦਾ, ਇਹ ਕਿਸਾਨ ਦਿੰਦਾ। ਸਮਝੋ, ਹਰ ਬੰਦੇ ਨੂੰ ਟੈਕਸ ਪੈਂਦਾ। ਭਿਖਾਰੀ ਤੇ ਟੈਕਸ ਹੈ ਤੇ ਹਰੇਕ ਬੰਦੇ ਤੇ ਟੈਕਸ ਹੈ ਕਿ ਨਹੀਂ ਹੈ? हर इंसान से हिंदुस्तान से 24,000 रुपए है। ਕਰਜ਼ਾ ਇੱਕ ਬੰਦੇ ਦੇ ਉੱਤੇ 25,000 ਹੈ। ਜਦੋਂ ਜਵਾਕ ਜੰਮਦਾ ਉਹਦੇ 25,000 ਰੁਪਏ ਕਰਜ਼ਾ ਹੈ। ये सरकार ने आगे चले ਸਰਕਾਰ ਨੇ ਆ ਕੇ जाना। ਮੁੜ ਜਾਣੀ, ਕੋਈ ਥੱਲੇ ਉਡਾ ਕੇ ਮੁੜ ਜਾਣੀ। ਇਸ ਕਰਕੇ ਇਸ ਗੱਲ ਨੂੰ ਪਹਿਲਾਂ ਤਾਂ ਇਹ ਸਮਝ ਲਓ ਵੀ ਜਮਹੂਰੀਅਤ ਦੇ ਵਿੱਚ ਆਪਾਂ ਭੇਡਾਂ ਨਹੀਂ ਬਣਨਾ। ਉਹ ਦੇਖਿਆ ਨਾ ਜਦੋਂ ਚੀਤਾ ਭੇਡਾਂ ਦੇ ਬਾਰੇ ਚ ਵੜਦਾ, ਉਸ 100 ਭੇਡਾਂ ਉਹਨਾਂ ਸਾਰੀਆਂ ਨੂੰ ਮਾਰਦਾ, ਉਹ ਖੜੀਆਂ ਦੇਖੀ ਜਾਂਦੀਆਂ। ਜੇ ਉਹਨਾਂ ਚੋਂ 30 ਵੀ ਇਕੱਠੀਆਂ ਹੋ ਕੇ ਡੁੱਕ ਮਾਰਨਾ ਤੇ ਉਹ ਚੀਤਾ ਚੁਤਾ ਐ ਜਾਵੇ ਕੁਛ ਥੱਲੇ ਪਾ। ਅਗੇ ਜੀ ਮੈਂ ਕੀ ਲੈਣਾ, ਮੈਂ ਤੇ ਪੋਲੀਟੀਕਲ ਨਹੀਂ। ਜਿਹੜਾ ਬੰਦਾ ਇਸ ਸਿਚੁਏਸ਼ਨ 'ਚ ਇਸ ਮਾਹੌਲ ਦੇ ਵਿੱਚ ਪੋਲੀਟੀਕਲ ਨਹੀਂ, ਉਹ ਭੇਡ ਹੈ। ਕਿਉਂਕਿ ਤੁਹਾਨੂੰ ਪੋਲੀਟੀਕਲ ਹੋਣਾ ਪੈਣਾ। ਜੇ ਆਪਦੇ ਹੱਕਾਂ ਲਈ ਤੁਸੀਂ ਲੜਨਾ ਹੈ, ਤੁਹਾਨੂੰ ਪਾਰਟੀ ਪੋਲੀਟੀਕਲ ਹੋਣਾ ਪੈਣਾ ਹੈ। ਤੁਹਾਨੂੰ ਆ ਕੇ ਅੱਗੇ ਖੜਨਾ ਪੈਣਾ ਹੈ। ਅਗੇ ਜੀ ਉਹ ਫਲਾਣੇ ਦੇ ਘਰ ਅੱਗ ਲੱਗੀ ਹੈ, ਮੈਂ ਕੀ ਲੈਣਾ?
ਇਹ ਅੱਜ ਜਿਹੜਾ ਝੰਡਾ ਚੁੱਕਿਆ ਨਾ ਕਿਸਾਨ ਨੇ ਇਹਦੇ 'ਚ ਤੁਸੀਂ ਵਿੱਚੋਂ ਮੈਂ ਤੁਹਾਨੂੰ ਫੇਰ ਕਹਿ ਰਿਹਾ ਸਾਰੇ ਲੜ ਰਹੇ ਆਪਾਂ ਇਹਨੂੰ ਬੇਸ ਦੇ ਕਰਦੇ ਆ ਗਿਆ ਵੀ ਪਿੰਡੀ ਵਾਲਾ ਆ ਗਿਆ ਆ ਗਿਆ ਅੱਜ ਮੈਂ ਕਹਿੰਦੀ ਬਹੁਤ ਵਧੀਆ ਸੁਣਿਆ ਮੈਂ ਬਹੁਤ ਅੱਜ ਗਾਂਧੀ ਦੀ ਚਾਹ ਦੀ ਤਾਕਤ ਦੇਖਣਾ ਆਉਂਦੇ ਸੀ ਵੇਟ ਹੁੰਦਾ ਠੀਕ ਹੈ ਹਜੇ ਤੱਕ ਤੇਰੇ ਅੰਦਰ ਗਈ ਨਹੀਂ ਨਾ ਗਿਆਨੀ ਦੀ ਚਾਹ ਦੀ ਤਾਕਤ ਕੱਢੀ ਹੋਈ ਆ ਥੋੜਾ ਥੋੜਾ ਬਹੁਤ ਜ਼ਿਆਦਾ ਪ੍ਰੋਪਰ ਜਾ ਹਾਂ ਬੱਬੀ ਵਾਲੀ ਮੈਂ ਕਿਹਾ ਸਰਕਾਰਾਂ ਦੇ ਕਰਜ਼ੇ ਤਾਂ ਹੈ ਹੀ ਜਿਹੜਾ ਆਪਣੇ ਸਾਰਿਆਂ ਦੇ ਹੈ ਜਿਸ ਕਰਜ਼ੇ ਨੂੰ ਇਨਸਾਨ ਜ਼ਿਆਦਾ ਨਜ਼ਦੀਕੀ ਨਾਲ ਸਮਝਦਾ ਉਹ ਹੈ ਬੈਂਕ ਦਾ ਕਰਜ਼ਾ ਸਮਝਦੇ ਹੋ ਸਾਰੇ ਬੈਂਕ ਦਾ ਕਰਜ਼ਾ ਜਿਹੜਾ ਹਰ ਵਪਾਰੀ ਲੈਂਦਾ ਹੈ ਗੱਲ ਹੈ ਨਾ ਉਹਦਾ ਡਾਇਰੈਕਟ ਪੈਂਦਾ ਹੈ ਜਿਹਦਾ ਉਹਦਾ ਨਾਮ ਲਿਖਿਆ ਹੁੰਦਾ ਹੈ ਇਹ ਸਾਡੇ ਉੱਤੇ ਹੈ ਹੁਣ ਇਹ ਜਦੋਂ ਸਰਕਾਰ ਆਈ ਇਹਨੇ ਆਪਣੇ ਆਉਣ ਦੇ 2 ਮਹੀਨੇ ਦੇ ਅੰਦਰ ਹੀ ਜੁਲਾਈ 2014 ਚ ਇੱਕ ਸਕੀਮ ਲਿਆਂਦੀ 525 ਸਕੀਮ 525 ਸਕੀਮ ਇਹ ਸਕੀਮ ਸੁਣ ਲੈ ਬੇਟਾ 525 ਸਕੀਮ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਹੈ ਵੀ ਜਿਹਦਾ ਕਰਜ਼ਾ 5 ਸਾਲ ਚ ਮੋੜਨਾ ਜਿਹਨੇ ਉਹ ਹੁਣ 5 ਸਾਲ ਚ ਨਹੀਂ ਮੋੜੂਗਾ 25 ਸਾਲ ਚ ਬੰਦਿਆਂ ਨੂੰ ਬਚਾ ਕੀ ਸਕੀਮ ਹੈ ਨਾ ਇਹ ਕਿੰਨੀ ਨਹੀਂ ਕਰਦੇ ਇਹ ਸੁਣ ਆ ਜਵਾਬ ਦੇ ਔਲਾਦ ਇਹ ਕੀ ਕਹਿੰਦਾ ਤੁਸੀਂ ਦੇਖੀ ਇਹ ਕਹਿੰਦਾ ਸਾਨੂੰ ਤਾਂ ਦਿਖੀ ਨਹੀਂ ਕਿਉਂ ਦਿਖੀ ਨਹੀਂ ਮੈਂ ਦੱਸਦਾ ਇਹ 5-25 ਸਕੀਮ ਕਾਗਜ਼ਾਂ ਤੇ ਬੜੀ ਵਧੀਆ ਲੱਗਦੀ ਹੈ ਕਿੰਨੀ ਸੋਹਣੀ ਲੱਗਦੀ ਹੈ ਵੀ 5 ਸਾਲ ਦਾ ਜਿਹਦਾ ਕਰਜ਼ਾ ਹੈ ਅਸੀਂ ਇਹਨੂੰ ਰਾਹਤ ਦੇਵਾਂਗੇ ਇਹਨੂੰ 25 ਸਾਲ ਚ ਮੋੜੇ ਉਹ ਜੀ ਦੂਜੀ EMI ਕੰਮ ਹੋ ਜਾਏਗੀ ਉਹਦੇ ਚ ਜਿਹੜਾ ਪਰਦਾ ਚੁੱਕਣਾ ਹੁਣ ਆਪਾਂ ਮਿੱਠਾ ਜ਼ਹਿਰ। ਇਹ ਜਿਹੜਾ ਮਿੱਠਾ ਜ਼ਹਿਰ ਗੁੜ ਦੇ ਕੇ ਮਾਰਨਾ ਹੈ ਓਕੇ ਕੀ ਹੈ ਥੱਲੇ ਜਿਵੇਂ ਉਹ ਟੈਂਡਰਾਂ ਦੇ ਵਿੱਚ ਘਪਲੇ ਨਹੀਂ ਕਰਦੇ ਆਹੀ ਕੰਪਨੀ ਨੂੰ ਦੇਣਾ ਹੈ ਅਸੀਂ ਆਹੀ ਕੰਪਨੀ ਨੂੰ ਦੇਣਾ ਹੈ ਇਹੀ ਸਪੈਸੀਫਿਕੇਸ਼ਨ ਬਣਾ ਦਿਓ ਆਹੀ ਸਪੈਸੀਫਿਕੇਸ਼ਨ ਬਣਾ ਦਿਓ ਟੈਂਡਰਾਂ 'ਚ ਭਰਦੇ ਉਹਦਾ ਥੱਲੇ ਇੱਕ ਮਿੱਠੀ ਜਿਹੀ ਲਾਈਨ ਲਿਖਤੀ ਵੀ ਇਹ ਜਿਹੜੀ ਚੀਜ਼ ਹੈ 525 ਇਹ ਸਿਰਫ 500 ਕਰੋੜ ਤੋਂ ਉੱਤੇ ਵਾਲੀ ਕੰਪਨੀ ਨੂੰ ਮਿਲਦੀ ਹੈ ਫੜ ਲਓ ਕੌਣ ਦੇਖੋ ਉਹਦੀ ਲੋੜ ਕਿਹਨੂੰ ਹੈ ਤੈਨੂੰ ਲੋੜ ਹੈ ਛੋਟੇ ਭਾਈ ਲਾਈਨ ਦਿਖੀ ਨਾ ਮਾਜੀ ਤੁਹਾਨੂੰ ਲੋੜ ਆ ਉਹਦੀ ਹੈ ਸਕੀਮ ਲਾਈਨ ਦਿਖੀ ਨਾ ਹੈ ਕੀ ਹੈ ਸਕੀਮ ਤਾਂ ਹੀ ਸਾਨੂੰ ਦਿਖੀ ਨਹੀਂ ਸਕੀਮ ਤਾਂ ਹੀ ਉਹ ਤੁਹਾਨੂੰ ਦਿਖੀ ਨਹੀਂ ਅਲੋਪ ਹੋ ਗਈ ਸਕੀਮ ਗੱਲ ਨੂੰ ਸਮਝ ਲਓ ਕਹਿੰਦੀ ਮੁੱਕਰ ਪਿਆ ਰਿਹਾ ਬਿਲਕੁਲ ਸੁਣਿਆ ਕੋਈ ਨਹੀਂ ਕਹਿੰਦਾ ਬਿਲਕੁਲ ਨਹੀਂ ਮੈਨੂੰ ਪਿਆਰ ਹੋਗਾ ਤਾਂ ਮੈਂ ਤੁਹਾਡੇ ਪ੍ਰੋਬਲਮ ਨੇ ਕਹਿਣਾ ਬਿਲਕੁਲ ਆ ਜਿਹੜਾ ਗੱਲ ਸਮਝਣਾ ਇਸੇ ਕਰਕੇ ਮੈਂ ਜਾਨੀ ਦਾ ਦੁਕਾਨ ਛੱਡ ਨਹੀਂ ਸਕਦਾ ਮੈਨੂੰ ਬੜਾ ਮੁੰਡੇ ਨੇ ਕਿਹਾ ਆਪਾਂ ਨਾਵਲਟੀ ਕਰ ਮੈਂ ਕਿਹਾ ਯਾਰ ਨਾਵਲਟੀ ਵੀ ਮੇਰੀ ਹੋਇਆ ਪਰ ਗਿਆਨੀ ਦੀ ਚਾਹ ਦੇ ਅੰਦਰ ਕੋਈ ਗੱਲ ਹੀ ਕੁਝ ਹੋ ਗਿਆ ਜ਼ਰੂਰੀ ਕੁਝ ਹੋ ਗਿਆ ਮੈਂ ਥੱਲੇ ਕਹਿ ਕਰਦਾ ਕਿ ਜੋ ਗੱਲ ਠੀਕ ਹੈ ਹੁਣ ਤੂੰ ਕਰ 4 ਪੈਸੇ ਕਮਾਏਗਾ ਤਾਂ ਹੀ ਮੈਂ ਆਊਂ ਬੜੀ ਕਿਰਪਾ ਹੈ ਜਿਹੜੇ ਲੋਕਾਂ ਨੂੰ ਇਹ 525 ਸਕੀਮ ਤੋਂ ਫਾਇਦਾ ਹੋਇਆ ਉਹ ਲੋਕ ਕੌਣ ਨੇ ਅਦਾਨੀ ਗਰੁੱਪ ਨੂੰ ਸਿੱਧਾ ਤੌਰ ਤੇ ਜਦੋਂ ਇਹ ਸਕੀਮ ਆਈ 15000 ਕਰੋੜ ਦਾ ਇਹਨੇ ਆਪਣਾ ਰੀਫਾਈਨਾਂਸ ਕਰਾਇਆ ਰੀਫਾਈਨਾਂਸ ਦੇ ਰਿਸਰਚ ਕਰਾਇਆ ਆਪਣਾ ਲੋਨ ਅਦਾਨੀ ਪਾਵਰ ਮਹਾਰਾਸ਼ਟਰ ਨੇ ਤੇ ਅਦਾਨੀ ਪਾਵਰ ਰਾਜਸਥਾਨ ਨੇ ਵੇਖੋ ਇਹਦਾ ਫਾਇਦਾ ਕਿਸੇ ਗਰੀਬ ਨੂੰ ਨਹੀਂ ਕਿਸੇ ਕਿਸਾਨ ਨੂੰ ਨਹੀਂ ਕਿਸੇ ਕਰਮਚਾਰੀ ਨੂੰ ਨਹੀਂ ਕਿਸੇ ਛੋਟੇ ਵਪਾਰੀ ਨੂੰ ਨਹੀਂ ਭਾਈ ਵਪਾਰੀਆਂ ਵੀ ਬੈਠਾ ਮੈਂ ਠੀਕ ਹੈ ਨਹੀਂ ਤੁਸੀਂ ਵਪਾਰ ਤੋਂ ਹੈ ਕੋਈ ਤੁਹਾਡੇ ਵਪਾਰ ਪੂਰੇ ਮੈਂ ਸਮਝ ਗਿਆ ਬੱਚਾ ਤੁਸੀਂ ਇਹ ਦੇਖੋ ਉਹਦਾ ਫਾਇਦਾ ਕੌਣ ਲੈਂਦਾ ਛੋਟਾ ਕਹਿ ਰਹੇ ਜੀ ਉਹਦਾ ਫਾਇਦਾ ਇਹੀ ਬੰਦੇ ਲੈ 5-6 ਬੰਦੇ ਇਹ 15000 ਕਰੋੜ ਰੁਪਈਆ 525 ਦੇ ਵਿੱਚ ਅਡਾਨੀ ਨੇ ਰਾਜਸਥਾਨ ਤੇ ਮਹਾਰਾਸ਼ਟਰ ਤੋਂ ਪਾਵਰ ਦਾ ਮਾਫ ਕਰਾਇਆ ਵੀ 25 ਸਾਲ ਚ ਮੋੜੂਗਾ ਵੱਡੇ ਅੰਬਾਨੀ ਨੇ ਕਰਾਇਆ ਛੋਟਾ ਅੰਬਾਨੀ ਬੈਂਕਰਪਟ ਹੋਇਆ ਪਹਿਲੀ ਉਹਨੇ ਕਰਾਇਆ 30 ਸਾਲ ਵਰਗੀਆਂ ਕੰਪਨੀਆਂ ਨੇ ਕਰਾਇਆ ਚਾਹੇ ਮੈਨੂੰ ਇਹ ਜੁਮਾ ਦੇ ਜੋ ਤੇ ਕਿਸੇ ਕਿਸਾਨ ਨੇ ਕਰਾਇਆ ਹੈ ਅਨਰ ਲੱਖ ਕਰੋੜ ਨੇ ਮਾਫ ਕੀਤੇ ਕਿਸੇ ਕਿਸਾਨ ਦਾ ਕਿਸੇ ਛੋਟੇ ਵਪਾਰੀ ਦਾ 25 ਮਾਫ ਕੀਤੀ ਹੈ ਤੁਹਾਨੂੰ ਪਤਾ ਨਹੀਂ ਨਾ ਕੁਝ ਇਸੇ ਕਰਕੇ ਕਹਿੰਦਾ ਇਹ ਜਿਹੜਾ ਗੇਟ ਖੁੱਲ ਗਿਆ ਤਾਂ ਫਿਰ ਕੀ ਹੋ ਜਾਏਗਾ ਉੱਡ ਜਾਏਗਾ ਪਰਦਾ ਉੱਡ ਜਾਏਗਾ ਜਿਹੜੇ ਤੁਹਾਡੇ ਵੀ ਜਿਹੜੇ ਇਹ ਪੈਸੇ ਨੇ ਜਿਹੜੇ ਬੈਂਕਾਂ ਤੋਂ ਲੈ ਰਹੇ ਨੇ ਰੀਫਾਈਨਾਂਸ ਕਰਾ ਰਹੇ ਨੇ ਰੀਸਟਰਕਚਰ ਕਰਾ ਰਹੇ ਨੇ ਕਿ 25 ਸਾਲ ਜਮਾ ਗਏ ਇਹ ਕਿਹਦੇ ਪੈਸੇ ਇਹ ਸਰਕਾਰੀ ਬੈਂਕਾਂ 'ਚ ਕੋਈ ਇਹ ਆਮ ਬੰਦੇ ਦੇ ਸੇਵਿੰਗਸ ਆਰਡੀਆਂ ਐਫਡੀਆਂ ਦੇ ਪੈਸੇ ਇਹ ਤੁਹਾਡੇ ਪਏ ਮਿੱਤਰਾ ਸੇਵਿੰਗ ਜਦੋਂ ਰਿਸੈਸ਼ਨ ਆਇਆ ਸੀਗਾ ਉਦੋਂ ਵੀ ਹਿੰਦੁਸਤਾਨ ਦੀ ਇਕਨੋਮੀ ਡਿੱਗੀ ਨਹੀਂ ਕਿਉਂਕਿ ਛੋਟੇ ਲੋਕਾਂ ਦੇ ਛੋਟੇ ਛੋਟੇ ਪੈਸੇ ਬੈਂਕਾਂ 'ਚ ਪੈਸੇ ਆਰਬੀਆਈ ਨੂੰ ਸਮਝਣਾ ਪਿੱਛੇ ਰਿਜ਼ਰਵ ਬਣ ਕੇ ਉਹਦੇ ਪਿੱਛੇ ਫਿਰ ਇਹਨਾਂ ਦਾ ਰਿਜ਼ਰਵ ਬੈਂਕ ਵੀ ਮਾਰ ਲਿਆ ਰਿਜ਼ਰਵ ਬੈਂਕ ਦੇ 1,76,000 ਕਰੋੜ ਰੁਪਏ ਲੈ ਕੇ ਤੇ ਦੇਖੋ ਕਿੰਨੇ ਸਿਆਣੇ ਨੇ ਬਜ਼ੁਰਗ ਕਿੰਨੇ ਸਿਆਣੇ ਨੇ ਪਤਾ ਤੂੰ ਬੇਟਾ ਇਹ ਜਿਹੜਾ ਬੈਂਕਾਂ ਵਾਲਾ ਪੈਸਾ ਵੀ ਸੀ ਜਿਹੜਾ ਇਹ ਜਿਵੇਂ ਕਹਿ ਰਿਹਾ ਇਹ ਵੀ ਤੁਹਾਡਾ ਹੀ ਹੈ ਰਿਜ਼ਰਵ ਫੰਡ ਤੇ ਵੀ ਇਹਨਾਂ ਨੂੰ ਇਸ ਗੱਲ ਨੂੰ ਸਮਝੋ ਕਿ ਤੁਹਾਡਾ ਸੇਵਿੰਗ ਦਾ ਤੁਹਾਡਾ ਪੈਸਾ ਇਹ ਪੂੰਜੀਪਤੀਆਂ ਨੂੰ ਲੁਟਾਦਾ 18 ਲੱਖ ਕਰੋੜ ਰੁਪਇਆ ਸਾਮੋਸ ਉਹਨੇ 2 ਲੱਖ ਸੀ 18 ਲੱਖ ਕਰੋੜ ਰੁਪਇਆ
नीरव मोदी, अंबानी, माल्या, शाल्या ले गए। सारे सर गुजरात एक बात पूछूं सर ये आप कैसे बोल सकते हैं कि 5% जो इंटरेस्ट जैसे एफडी कराते हैं पहले 9% था तो मतलब वहाँ से भी कुछ ग्रैब हुआ जो सरकारी बैंक में आपका पैसा है, ये लोन वहीं से दे रहे हैं। आपकी जो सेविंग्स ये बैंक आपने बैंक में जमा कराया बेटा, कराया ना? मैं ऐसे करके थे थोड़ी मैं भी तुम्हें समझाऊंगा। आपने जमा कराया ना, क्योंकि अगर मैं तुझे समझाऊंगा ना तो सारे हिंदुस्तान में जाएगी बात, पंजाब में तो पक्की जाएगी। तेरा दिल जो है पंजाब के साथ धड़कता है। पंजाब तगड़ा होगा तो हिंदुस्तान अपने आप तगड़ा होगा। पैसा तुमने जमा कराया बैंक में एट द इंटरेस्ट ऑफ 5%। एट द इंटरेस्ट ऑफ 5%। तुमने ये देखा कि तुम्हारा पैसा आगे किसको दिया? तुम्हारा पैसा उठा के अंबानी को दे दिया, नीरव मोदी को दे दिया, वो भागा डेवोस में, किसके पास गया? एक गेम को सिंपल करना है, सिंपल करना। थोड़ी नवी चीज आ रही है। पहला था सरकारी बैंक सी, प्राइवेट बैंक सी, और म्यूचुअल फंड भी आ गए। ना कॉर्पोरेट बैंक आ गया, अंबानी अंबानी का बैंक। ਹੁਣ ਅਦਾਨੀ ਤੇ ਅੰਬਾਨੀ ਜਿੰਨੇ ਕਾਰਪੋਰੇਟ ਹਾਊਸ ਨੇ ਜਿਨ੍ਹਾਂ ਦਾ ਐਨਪੀਏ ਨਾਨ ਪਰਫਾਰਮਿੰਗ ਅਸੈਟ ਹੈ ਥੋੜੇ ਲੋਨ ਲੈਂਦੇ ਨੇ ਜੋ ਵਾਪਸ ਨਹੀਂ ਦੇ ਪਾਉਂਦੇ, ਉਹ ਇੱਕ ਬਹੁਤ ਵੱਡੀ ਮੁਸ਼ਕਲ ਦੀ ਦੇਸ਼ ਅੰਦਰ ਕਿ ਆਪਾਂ ਐਨਪੀਏ ਦਾ ਹੱਲ ਨਹੀਂ ਕਰ ਪਾ ਰਹੇ। ਹੁਣ ਇਹਨਾਂ ਨੇ ਉਹਦਾ ਹੱਲ ਦਾ ਕੀ ਕਰਨਾ? ਇਹਨਾਂ ਨੇ ਬੋਲਿਆ ਕਿ ਜਿਹੜੀ ਕਾਰਪੋਰੇਟ ਕੰਪਨੀਆਂ ਨੇ, ਜਿਹੜੇ ਕਾਰਪੋਰੇਟ ਹਾਊਸਿਸ ਨੇ ਵੱਡੇ ਵੱਡੇ ਅਦਾਨੀ ਬੈਂਕ, ਅਦਾਨੀ, ਉਹ ਆਪਣੇ ਬੈਂਕ ਹੋ ਸਕਦੇ, ਆਰਬੀਆਈ ਨੇ ਅਲਾਉ ਕਰਤਾ। ਸਰਦਾਰ ਮਨਮੋਹਨ ਸਿੰਘ ਨੇ ਨਹੀਂ ਖੋਲਣ ਦਿੱਤਾ ਸੀ ਬੇਟਾ, ਮੈਂ ਤੁਹਾਨੂੰ ਦੱਸਣ ਲੱਗਿਆ। ਸਰਦਾਰ ਮਨਮੋਹਨ ਸਿੰਘ ਨੇ ਖੋਲਣ ਨਹੀਂ ਦਿੱਤਾ। ਉਹਨੇ ਕਿਹਾ ਜੇ ਬੈਂਕ ਇਹੋ ਜਿਹੇ ਕਾਰਪੋਰੇਟ ਖੋਲਦੇ ਤੇ ਉਹ ਬੈਂਕ ਵਾਲਾ ਆਪਦੇ ਆਪ ਨੂੰ ਦੇਈ ਜਾਊਗਾ ਲੋਨ। हाँ सही गल है ਉਹੀ ਹੋਣ ਲੱਗਿਆ। ਉਹੀ ਹੋਣ ਲੱਗਿਆ। ਜਮਾ ਕਰਾਣਗੇ, ਤੁਸੀਂ ਸੇਵਿੰਗ ਅਕਾਊਂਟ ਖੋਲੋਗੇ, ਐਫਡੀਆਂ ਖੋਲੋਗੇ, ਆਰਡੀਓ ਅਸੀਂ ਖੋਲੋਗੇ। 16% ਤੇ ਉਹ 8% ਤੇ ਇੱਥੇ ਰੱਖ ਸਮਝ ਗਿਆ ਨਾ? ਮੈਂ ਸਮਝਾਦਾ ਕਿ ਨਹੀਂ ਸਮਝਾਦਾ ਮਿੱਤਰਾ? ਤੁਹਾਡੇ ਪੈਸੇ ਨੂੰ ਆਪਦੀ ਕੰਪਨੀ ਨੂੰ ਲੋਨ ਦੇ ਕੇ ਹਾਂ ਐਨਪੀਓ ਬੰਦਾ ਰਜਿਸਟਰ ਕਰ ਦੇਣਗੇ, ਰਜਿਸਟ੍ਰੇਸ਼ਨ ਕਰ ਦੇਣਗੇ। ਕਾਰਪੋਰੇਟਾਂ ਨੂੰ ਬੈਂਕ ਖੋਲਣਾ ਜਿਨ੍ਹਾਂ ਦੇ ਆਪਦੇ ਲੱਖਾਂ ਕਰੋੜ ਦੇ ਐਨਪੀਏ ਨੇ, ਇੱਕ ਦੀ ਮੈਂ ਕਿਹਾ ਹੱਲ ਦੇਖੋ, ਹੱਲ ਤੁਸੀਂ ਹੋ। ਹਾਲ ਤੁਸੀਂ ਜੇ ਤੇ ਆਪਾਂ ਭੇਡਾਂ ਬਣੇ ਰਹਾਂਗੇ ਤੇ ਭੇੜੀਆਂ ਖਾ ਜੂ, ਤੇ ਜੇ ਡੋਕਾਂ ਮਾਰੀਆਂ ਚਾਰ ਤੇ ਲੱਭਣਾ ਨਹੀਂ। ਹੁਣ ਤੁਸੀਂ ਦੇਖੋ ਕਿਸਾਨ ਦੀ ਤਾਕਤ ਕੀ ਹੈ, ਯੂਨੀਅਨਾਂ ਇਕੱਠੀਆਂ ਨੇ। ਤੇ ਜੇ ਵਪਾਰੀ ਵੀ ਨਾਲ ਖੜਾ ਹੋ ਗਿਆ ਤੇ ਹਿੰਦੁਸਤਾਨ ਖੜਾ ਹੋ ਗਿਆ। ਫਿਰ ਛੋਟਾ ਵਪਾਰੀ ਉਹਨੂੰ ਕਿੱਥੇ ਕੀ ਦਿੱਤਾ ਹੈ ਮੈਨੂੰ ਦੱਸ ਤਾਂ ਸਹੀ। ਉੱਥੇ ਵੀ ਆਉਣਾ ਮੈਂ ਉਹਦੇ ਤੇ ਵੀ ਆਉਂ ਭਾਜੀ। ਤੁਹਾਡੀ ਜੀਐਸਟੀ ਜਿਹੜੀ ਦੁਖਦੀ ਲੱਗ ਹੈ ਨਾ, ਮੈਂ ਉਹਨੂੰ ਵੀ ਫੜੂੰਗਾ, ਐਨ ਸੁਣੂਗਾ। ਦੇਖੋ ਤੁਸੀਂ ਪਹਿਲਵਾਨ, ਕਿਉਂਕਿ ਇਹਨਾਂ ਦੇ ਤਾਂ ਜਿਹੜੇ ਇਲਾਜ ਨੇ ਉਹ ਰੋਗ ਨਾਲੋਂ ਜ਼ਿਆਦਾ ਖਤਰਨਾਕ ਨੇ। ਮੇਰੀ ਗੱਲ ਨੂੰ ਸਮਝਦੇ ਹੋ? ਹੁਣ ਆਪਾਂ ਅੱਗੇ ਆਈਏ, ਹੋਰ ਆਪਾਂ ਟੈਕਸ ਕਿਹੜੇ ਦਿੰਦੇ? ਥੋੜਾ ਬੇਸਿਕਲੀ ਨਾ ਨਾ ਠੀਕ ਹੈਗਾ। ਦੇਖੋ ਜੀ ਆਪਾਂ ਇਕਨੋਮੀ ਸਮਝਣੀ ਹੈ, ਜੇ ਆਪਾਂ ਇੱਕ ਦੂਜੀ ਗੇਮ ਸਮਝਣੀ ਹੈ ਕਿ ਕਿਸ ਤਰ੍ਹਾਂ ਵਪਾਰੀ, ਕਿਸਾਨ, ਮਜ਼ਦੂਰ ਦੂਜੀ ਗੇਮ ਨਾ ਕਹੇ षड्यंत्र। षड्यंत्र ਨੂੰ ਸਮਝਣਾ षड्यंत्र ਉਹ ਛਤਰੀ ਮਾਮਲੇ ਵਾਲਾ षड्यंत्र ਹੀ ਹੈ। ਉਹ ਤਾਂ ਕਿ ਤਿੰਨ ਚਾਰ ਲੋਕਾਂ ਨੂੰ ਫਾਇਦਾ ਕੀਤਾ ਜਾ ਰਿਹਾ ਹੈ। ਤੇ ਪਹਿਲੀ ਗੱਲ ਤਾਂ ਆਪਾਂ ਕਰਜ਼ ਨੂੰ ਸਮਝੀਏ ਜੋ ਆਪਾਂ ਡਿਸਕਸ ਕਰ ਰਹੇ ਹਾਂ। ਦੂਸਰੀ ਗੱਲ ਕੀ ਹੈ ਟੈਕਸ ਦੀ, ਕਿ ਆਪਾਂ ਟੈਕਸ ਕਿਵੇਂ ਦਿੰਦੇ ਹਾਂ, ਉਸ ਟੈਕਸ ਨਾਲ ਕੀ ਹੁੰਦਾ ਹੈ ਤੇ ਉਹ ਟੈਕਸ ਕਿਵੇਂ ਦਿੰਦੇ ਤੁਸੀਂ ਵਪਾਰ ਕਰਦੇ ਹੋ ਤੇ ਤੁਹਾਨੂੰ ਜੀਐਸਟੀ ਆਉਣ ਤੋਂ ਬਾਅਦ ਕੋਈ ਮੁਸ਼ਕਲਾਂ ਆ ਰਹੀਆਂ ਜਾਂ ਜੀਐਸਟੀ ਨਹੀਂ ਕਰਨਾ ਨਹੀਂ ਕਿਸਲਾ ਆ ਰਹੀਆਂ ਕੀ ਮੁਸ਼ਕਲ ਆ ਰਹੀ ਹੈ? ਜੀਐਸਟੀ ਕੌਣ ਦਿੰਦਾ ਹੈ? ਰੋਜ਼ ਹੀ ਪੇ ਕਰਨਾ ਹੈ। जीएसटी से सब तो पहला ना मुश्किल पता की है ਜੀ ये मतलब कि ਇਹਦਾ ਖਰਚਾ ਹੋ ਗਿਆ ਬਹੁਤ ਜ਼ਿਆਦਾ 1000 रुपये महीना नहीं ठीक पता है इतना बचता नहीं 28 तो वैट ही 14% 28% से 1% का अदा मतलब जाना ही जाना है पक्का पक्का मतलब ਤੁਹਾਨੂੰ ਵਕੀਲ ਕਰਨੇ ਪੈ ਗਏ। मतलब ਜੈਪੁਰ ਦੀ ਭੂਲ ਭੁਲਈਆਂ ਸੀ ਨਾ, ਜਮਾਨਾ ਜ਼ਿਆਦਾ ਹੀ ਨਿਕਲਦਾ ਨਹੀਂ। ਭੂਲ ਭੁਲਈਆਂ ਮੈਂ ਭੰਬਲ ਪੂਸਾ ਪੰਜਾਬੀ ਦੇ ਮੈਂ ਭੰਬਲ ਪੂਸਾ ਮਾਰਦਾ। ਮੈਂ ਦੇਸੀ ਜੱਟਾਂ ਮੈਂ ਪਤਾ ਨਾ ਭੰਬਲ ਪੂਸਾ ਪਾਤਾ ਹਰੇਕ ਨਾਲ ਗੱਲ ਕਰਨੀ ਹੁੰਦੀ। ਮੈਂ ਇਦਾਂ ਹੀ ਬੈਠਦਾ ਹੁੰਦਾ ਧੂਰੀ ਬਾਜ਼ਾਰ ਆਪਣੇ ਭਰਾ ਨੂੰ ਤਾਏ ਨੂੰ ਇਦਾਂ ਹੀ ਤੁਹਾਡੇ ਨਾਲ ਜਿੱਦਾਂ ਗੱਲਾਂ ਕਰ ਰਹੇ ਹੋ ਗੱਲਾਂ ਕਰ ਰਹੇ ਇਹਨਾਂ ਭੰਬਲ ਪੂਸੇ ਨੂੰ ਪਾ। ਅੱਛਾ ਜਿਹੜਾ ਛੋਟਾ ਵਪਾਰੀ ਹੈ ਉਹ ਤੇ ਇੱਥੇ ਹੀ ਵਪਾਰ ਕਰਦਾ ਨਾ, ਉਹਨੇ ਬਾਹਰ ਥੋੜਾ ਲੈ ਜਾਣਾ। ਉਹਨੂੰ ਬਾਹਰਲੇ ਵਪਾਰੀ ਜਿਹੜੇ ਬਾਹਰ ਟ੍ਰੇਡ ਕਰਦੇ ਆ ਉਹਦੇ ਨਾਲ ਖੜਾ ਕਰਦਾ ਕਿ ਨਹੀਂ ਕਰਦਾ? बिल्कुल जी बिल्कुल इंटरस्टेट ट्रेड शुरू हो गया है और ट्रेडिंग शुरू हो गई है। आप जो यहाँ 5 रुपए का चीज है वहाँ से 4 रुपए माल काट के ले सकते हो, जितना माल कटवाना कटवाओ बाहर से, दिल्ली से। क्या बात है, देखा हूँ ना, समझ रहे बेटा ये वैट में इंटरेस्ट रेट नहीं था, जीएसटी में जब 28% हो गया। आई एम फ्रॉम अ टायर ट्रेड, ठीक है। तो आप पहले देखते फार्मर्स का ना एक ट्रैक्टर टायर का 5% का जीएसटी था, वो वैट था जब मैं ट्रेड में था। आप ट्रैक्टर से करेगा हो गया 18, ठीक है 18 हो गया, ऑल ओवर इंडिया 18 हो गया। हरियाणा च वो टैक्स जीरो वैट जीरो सीगा, ਤਾਂ ਫਾਰਮਰ ਨੂੰ मतलब पूरा रिबेट मिलता ਸੀ। मैं कह रहा हूँ उत्थे तू आना ना फार्मर से, मैं कह रहा स्टेट नू कमिटमेंट है, ये कॉन्स्टिट्यूशनल कमिटमेंट है सरकार की। की कमिटमेंट है मैं दसदा पहले 5 साल 200 तो जीएसटी लवांगे,
ਤੁਹਾਨੂੰ 14% ਵਾਧਾ ਦੇਵਾਂਗੇ ਹਰ ਸਾਲ, ਘਾਟਾ ਪਵੇ ਵਾਧਾ ਪਵੇ ਜੋ ਮਰਜ਼ੀ 14% ਵਾਧਾ ਬੇਟਾ, ਚਾਹੇ ਉਹ ਰੂਰਲ ਡਿਵੈਲਪਮੈਂਟ ਵਾਲੀ ਹੋਵੇ, ਚਾਹੇ ਮੇਰਾ ਜਿਹੜਾ ਪਹਿਲਾ ਮਹਿਕਮਾ ਮੇਰੇ ਕੋਲ ਹੁੰਦਾ ਸੀਗਾ, ਚਾਹੇ ਅਰਬਨ ਡਿਵੈਲਪਮੈਂਟ ਜਿਹੜਾ ਮੇਰਾ ਮਹਿਕਮਾ ਹੁੰਦਾ, ਲੋਕਲ ਸੈਲਫ ਗਵਰਨਮੈਂਟ ਜਿਹੜਾ ਕਿ ਆਪਣੇ ਆਪ 'ਚ ਇੱਕ ਸਰਕਾਰ ਹੈ, ਤੁਹਾਨੂੰ 14% ਵੱਧ ਦੇਵਾਂਗੇ। ਉਹ ਦੇਣਾ ਤਾਂ ਕੀ ਸੀ, ਜੋ ਪੱਲੇ ਸੀ ਉਹ ਵੀ ਖੋਲਿਆ, ਪੈਸਾ ਉੱਥੇ ਰੋਕ ਲਿਆ। ਸੂਬੇ ਸਰਕਾਰਾਂ ਨੂੰ ਕਹਿ ਰਹੇ ਨੇ ਤੁਸੀਂ ਕਰਜ਼ਾ ਲੈ ਕੇ ਪੈਸਾ ਲਓ, ਜੇ ਕਨਸਟੀਟਿਊਸ਼ਨ ਗਰੰਟੀ ਮੁਕਰ ਗਏ ਤੇ ਕਿਸਾਨਾਂ ਨੂੰ ਗੱਲਾਂ 'ਚ ਵਾਅਦੇ ਕਰ ਰਹੇ ਨੇ ਕਿ ਐਮਐਸਪੀ ਦੇਵਾਂਗੇ। ਆਹ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ ਬੰਦੇ ਮਤਲਬ ਰਾਜਨੀਤਿਕ ਬੰਦੇ ਦੀ ਬਾਈਬਲ ਕੀ ਹੈ, ਕੁਰਾਨ ਕੀ ਹੈ ਤੇ ਗੁਰੂ ਗ੍ਰੰਥ ਸਾਹਿਬ ਕੀ ਹੈ, ਉਹ ਰਾਜਨੀਤਿਕ ਬੰਦੇ ਦੀ ਜਿਹੜੀ ਤਾਕਤ ਹੈ, ਹੋਲੀ ਬੁੱਕ ਹੈ, ਉਹ ਸੰਵਿਧਾਨ ਹੈ। ਜਿਹੜਾ ਬੰਦਾ ਸੰਵਿਧਾਨ ਦੀ ਗਰੰਟੀ ਮੁਕਰ ਗਿਆ, ਉਹ ਕਿਸਾਨ ਨੂੰ ਕਿੱਥੋਂ ਵਾਅਦਾ ਪੂਰਾ ਕਰੂ? ਲੋਕਾਂ ਦੇ ਵਾਅਦੇ ਕਿੱਥੋਂ ਪੂਰੇ ਕਰ ਲੂਗਾ? ਮੈਨੂੰ ਤੁਸੀਂ ਦੱਸੋ ਨਾ, ਲੋਕਾਂ ਦੇ ਵਾਅਦੇ ਜੇ ਇਹੋ ਜਿਹੀ ਗੱਲ ਹੋਣੀ ਹੁੰਦੀ ਕਿ ਅੱਜ 2 ਕਰੋੜ ਲੋਕਾਂ ਦੀ ਨੌਕਰੀ ਜਾ ਰਹੀ ਸੀ ਵਾਈਟ ਕਾਲਰ ਬੰਦਿਆਂ ਦੀ, ਵਾਈਟ ਕਾਲਰ ਜੌਬਸ। ਇਹ ਜਿਹੜੀ ਆ ਕਰੋਨਾ ਆਈ ਹੈ ਨਾ, ਹਰ 3 ਬੰਦਿਆਂ ਚੋਂ 1 ਬੰਦਾ ਆਪਣੀ ਨੌਕਰੀ ਖੋ ਰਿਹਾ। ਇਹ ਦੇਖੋ, ਗਰੀਬ ਰੋਟੀ ਤੋਂ ਗਿਆ, ਗਰੀਬ ਰੋਟੀ ਤੋਂ ਗਿਆ, ਨੌਜਵਾਨ ਨੌਕਰੀ ਤੋਂ ਗਿਆ, ਗਿਆ ਕਿ ਨਹੀਂ ਗਿਆ? ਵਪਾਰੀ ਵਪਾਰ ਤੋਂ ਗਿਆ, ਬੱਚੇ ਪੋਸ਼ਣ ਤੋਂ ਗਏ, ਬੱਚੇ ਪੋਸ਼ਣ ਤੋਂ ਗਏ। ਕੁਪੋਸ਼ਣ ਨਾਲ ਤੁਸੀਂ ਮੰਨੋਗੇ ਨਹੀਂ, ਕੁਪੋਸ਼ਣ ਦੇ ਨਾਲ ਅੱਜ 70% 38% ਜਵਾਕ ਮਰ ਰਹੇ। 38% ਮਤਲਬ ਉਹਦੀ ਪੌਸ਼ਟਿਕਤਾ ਹੀ ਹੈ ਨਹੀਂ, ਉਹਦੇ ਕੋਲ ਰੋਟੀ ਖਾਣ ਨੂੰ ਹੈ ਨਹੀਂ, ਤੇ ਰੋਟੀ ਐਸੈਂਸ਼ੀਅਲ ਕਮੋਡਿਟੀ ਤੋਂ ਘੱਟ। ਸੋਚ ਕੇ ਵੇਖੋ। ਹੁਣ ਤੁਸੀਂ ਆਓ GST ਦੇ ਉੱਤੇ, ਜਿਹੜੀ ਤੁਹਾਨੂੰ ਆਪ ਮਹਿਸੂਸ ਹੁੰਦਾ ਹੈਗਾ ਕਿ ਕਿਸ ਤਰ੍ਹਾਂ ਜਿਹੜੀਆਂ ਮਲਟੀਪਲ ਬ੍ਰਾਂਚਸ ਨੇ, ਜਿਹੜਾ ਇੰਪੋਰਟ ਆਪ ਲੈ ਰਿਹਾ ਉਹਨੂੰ ਵੱਡੇ ਕਾਰਪੋਰੇਟ ਨੇ, ਉਹਨੂੰ GST ਆਉਣ ਤੋਂ ਬਾਅਦ ਜਿਹਨੇ ਬਹੁਤ ਸਾਰੇ ਪ੍ਰੋਫੈਸ਼ਨਲ ਰੱਖੇ ਨੇ, ਉਹ ਕਿਸ ਤਰ੍ਹਾਂ ਮਾਰਕੀਟ ਨੂੰ ਟੇਕ ਓਵਰ ਕਰਨ ਵਾਸਤੇ ਉਹਨੂੰ ਆਸਾਨੀ ਹੋ ਰਹੀ ਹੈ ਕਿ ਕਿਸ ਤਰ੍ਹਾਂ ਛੋਟੇ ਛੋਟੇ ਵਪਾਰੀ ਜਿਹੜਾ ਆਪਣਾ ਬਿਜ਼ਨਸ ਚਲਾਉਂਦਾ ਸੀਗਾ ਉਹ ਮਰ ਰਿਹਾ। ਯਾਰ ਵੱਡੀ ਮੱਛੀ ਛੋਟੀ ਨੂੰ ਖਾ ਰਹੀ ਹੈ। ਤੇ ਵੱਡੀਆਂ ਮੱਛੀਆਂ ਕਿੰਨੀਆਂ 4-5 ਅੱਛਾ, ਉਹ ਕੀ ਹੈ? ਉਹ ਘਾਟਾ ਵੀ ਸਹਿ ਲੈਂਦੇ ਆ, 2 ਮਹੀਨੇ ਘਾਟਾ ਵੀ ਸਹਿ ਲੈਂਦੇ ਆ, ਰੇਟ ਸਿੱਟ ਦਿੰਦੇ ਆ। ਜਿਵੇਂ ਹੁਣ ਸੇਬ ਖਰੀਦੇ ਔਰ ਰੇਟ ਸਿੱਟ ਦਿੰਦੇ ਆ। ਜਦੋਂ ਵਪਾਰੀ ਭੱਜ ਜਾਂਦਾ, ਛੋਟਾ ਵਪਾਰੀ ਭੱਜ ਜਾਂਦਾ, ਫਿਰ ਉਹ ਸਟੋਰ ਕਰਕੇ ਵੱਧ ਵੇਚਦੇ। ਪਰ ਇਹ ਆਉਣ ਨਹੀਂ ਦਿੱਤੀ ਸਾਨੂੰ। ਉਹਨੇ ਕਿਹਾ ਬਾਹਰੋਂ FDI ਇਨ ਰਿਟੇਲ ਜਿਹੜੀ ਹੈ ਮੈਂ ਪੂਰੀ ਆਉਣ ਨਹੀਂ ਦਊਂ। ਹੁਣ ਆਪਾਂ ਅੱਗੇ ਆਈਏ, ਜਦੋਂ ਆਪਾਂ ਇਸ GST ਦੀ ਖੇਡ ਸਮਝਦੇ ਹਾਂ। एक बड़ी इंटरेस्टिंग चीज़ है, अब GST के अंदर की हो रहा है, टैक्स फाइलिंग की मुश्किल आ रही है कि मेरे टैक्स रेट बता देते गए कि मैं कॉर्पोरेट में फायदा हो रहा है। ये सारे समझते हैं, ये भी समझते हैं कि सूबे में पैसे नहीं मिल रहे। पर एक जी गल है कि आप भुल जाने GST की वड्डी गेम कि जो GST लिया गया वन नेशन वन टैक्स, ਆਪਾਂ ਪਹਿਲਾਂ ਪੈਟਰੋਲ ਦੇ ਦੂਸਰਾ ਪਹਿਲਾਂ टोल बाहर रखे मैं कह रहा था कि GST है जो लिया वन नेशन वन टैक्स करके कि सारे देश में एक टैक्स होएगा जी, वो अंदर भी कुछ चीज़ें बाहर रखी। आप देखिए कि वो बाहर रखने के कारण की कि लोगों को कुछ फायदा नहीं, बाहर रखिया की इनकम बाहर रखिया, स्टेट से कर्जा ना दे, किस कारण कर बाहर रखिया गई, कि चीज़ें बाहर रखी गई। देखो पहली चीज़ बाहर रखी इंडिया ने बाहर रखी, उसी पेट्रोल डीजल। ਅੱਛਾ, ਮੈਂ ਤੁਹਾਨੂੰ ਬੋਲਿਆ ਤੇ ਦੇਣਾ ਤੁਹਾਨੂੰ ਸੁਣਾ ਜਾਣੀ। ਸਭ ਤੋਂ ਵੱਧ ਦੁਨੀਆ ਦੇ ਵਿੱਚ ਪੈਟਰੋਲ ਡੀਜ਼ਲ ਤੇ ਟੈਕਸ ਕਿਹੜੇ ਦੇ? ਹਿੰਦੁਸਤਾਨ। 70% ਟੈਕਸ ਹੈ ਸਾਰੀ ਦੁਨੀਆ ਚੋਂ ਸਭ ਤੋਂ ਵੱਧ ਟੈਕਸ। ਸਰਕਾਰਾਂ ਭੋਲੇਵਾਨ ਹੁੰਦੀਆਂ ਨੇ, ਫੁੱਲਾਂ ਤੋਂ ਰੱਖ ਲੈਂਦੀਆਂ ਨੇ, ਫੁੱਲ ਵੀ ਵਧੀਆ ਰਹਿੰਦਾ ਹੈ। ਇਹਦੇ ਉੱਪਰ ਕੇ ਉਹ ਕੌਣ ਦਿੰਦਾ ਪੈਸੇ ਭਾਈ? ਤੇਲ ਪਾਉਣਾ ਛੋਟੇ ਨੀਚੇ ਤੁਸੀਂ ਪਾਉਣੇ ਤੇਲ ਪਾਉਣਾ, ਤੇਲ ਦੇ ਨਾਲ ਸਾਰੀਆਂ ਚੀਜ਼ਾਂ ਵਧੀਆ ਨਹੀਂ ਬਣਦੀਆਂ। 70% ਮੈਂ ਹੁਣ ਦੂਜੇ ਦੇਸ਼ਾਂ ਦੇ ਤੁਹਾਨੂੰ ਪਤਾ ਕੀ ਕਹਿ ਰਿਹਾ, ਮੈਂ ਕਰੈਕਟ ਕਰਾਂਗਾ। ਦੂਜੇ ਦੇਸ਼ ਲੈ ਲਓ, ਕੈਨੇਡਾ ਦੇ ਵਿੱਚ 30%, ਅਮਰੀਕਾ ਸਭ ਤੋਂ ਵੱਧ 19% ਟੈਕਸ। ਯਾਰ ਛੱਡੋ ਤੁਸੀਂ ਅਮਰੀਕਾ ਕੈਨੇਡਾ ਦਾ ਮਿਕਸ ਕੁਝ ਨਹੀਂ। ਮੈਂ ਦਿੰਦਾ ਬੰਗਲਾਦੇਸ਼ 25%, ਹੁਣ ਦੀ ਜਿਹੜੀ ਗੱਲ ਕਹਿ ਰਹੀ 23%, ਭਾਜੀ 23%। ਤੇ ਇਹ ਕਹਿੰਦੇ ਆ ਵੀ ਅਸੀਂ ਲੋਕਾਂ ਦੇ ਹਿਤੈਸ਼ੀ ਹਾਂ। ਲੋਕਾਂ ਦੀ ਸਰਕਾਰ ਲੋਕਾਂ ਵਾਸਤੇ ਹੁੰਦੀ ਹੈ ਕਿ ਮਾਨੀਆਂ ਡਾਨੀਆਂ ਵਾਸਤੇ ਹੁੰਦੀ ਹੈ। ਦੱਸਣਾ ਰਾਜ ਲਿਖਿਆ ਮੈਂ ਕੋਈ ਦੱਸਵਾ ਤੁਹਾਨੂੰ ਭਰਾ ਲੋਕਤੰਤਰ ਹੈ ਔਰ ਲੋਕਾਂ ਦੀ ਆਵਾਜ਼ ਹੈ। जब भी सरकार आई है सस्ते पेट्रोल डीजल से एक्साइज ड्यूटी 820% आएगी। ਸੋਚੋ ਤੇ ਉਹਦਾ ਦੋਨੋਂ ਟੈਕਸ ਬੰਦ ਹੁੰਦਾ ਤੇ ਉਹਦਾ ਜਿਹਨੂੰ ਕਹਿੰਦੇ ਆ ਕਿਸਾਨ ਖੇਤੀ ਕਿਸਦਾ ਹੈ, ਇਹ ਤਾਂ ਜੀ ਟੈਕਸ ਤੋਂ ਮਾਫ ਹੈ। ਹਾਲੇ ਯਾਰ ਮੈਂ ਆਪ ਉਹ ਵੀ ਟੈਕਸ ਦਿੰਦਾ ਚਾਹੀਦਾ।
ਕਿਸਾਨ ਜਦੋਂ ਆਪਣੇ ਕਿੱਲੂ ਵੇਚਣ 820% ਡਿਊਟੀ ਭਾਜੀ ਇਹ ਕਿਵੇਂ ਹੋਇਆ ਜਦੋਂ ਸਾਨੂੰ ਨਹੀਂ ਹੁੰਦਾ ਚੱਕੋ ਚੱਕੋ ਭਾਜੀ ਲੋ ਭਾਜੀ ਜਦੋਂ ਸਾਨੂੰ ਨਹੀਂ ਹੁੰਦਾ ਆਪ कीजिए ਥੋੜੀ ਜਿਹੀ ਕਰੰਟ ਆਊਗਾ ਨਾ ਅੱਗੇ ਤਾਂ ਮੈਂ ਉਹ ਅੱਗ ਵਾਲਾ ਨਾ ਜਦੋਂ ਕਹਿੰਦੇ ਚਾਹ ਜ਼ਰੂਰ ਨਹੀਂ ਹੁੰਦੀ ਪੂਰਾ ਕੱਟ ਦੇ ਖਾਈ ਦਿੰਦੀ ਵਧੀਆ ਕਿਲੋ ਥੋੜੀ ਜਲਦੀ ਮੈਂ ਕਹਿੰਦਾ ਪੂਰਾ ਸੁੱਕਾ ਮਾਰ ਰਿਹਾ ਮੈਂ ਅੱਜ ਗਿਆਨੀ ਨੂੰ 500 ਰੁਪਏ ਬਤਾ ਕੇ ਜਾਣਾ ਗਿਆਨੀ ਯਾਦ ਹੀ ਤਾਂ ਕਰਦਾ ਮੈਨੂੰ ਦੇਖੋ ਅਸੀਂ ਥੋੜਾ ਨਾ ਸਰਕਾਰ ਵਾਂਗੂ ਮਾਰ ਰਹੇ ਹਾਂ ਅਸੀਂ ਕਹਿੰਦੇ ਫ੍ਰੀ ਫੰਡ ਕਦੇ ਲਿਆ ਹੀ ਨਹੀਂ ਇਹਨਾਂ ਨੂੰ ਜੀਐਸਟੀ ਵੀ ਨਹੀਂ ਲੱਗਦੀ ਇਹਦੇ ਕੋਈ ਜੀਐਸਟੀ ਅੱਛਾ ਤੁਸੀਂ ਇਹ ਦੇਖੋ ਤੁਸੀਂ ਕਹਿੰਦੇ ਨੇ ਤੇ ਜੀਐਸਟੀ ਲੱਗਣੀ ਇਹਦੀ ਵੀ ਗੱਲ ਮੈਂ ਕਰੂੰ ਇਹ ਇਨਫਾਰਮਲ ਇਕਨੋਮੀ ਹੈ 90% ਹੈ ਇਹ ਪੋਸਟਾਂ ਵਾਲੀ ਇਕਨੋਮੀ ਜਿਹੜੀ ਹੈ ਨਾ 90% ਇੱਥੇ ਮੁੰਡਾ ਜਿਹੜਾ ਅੱਜ ਬੇਟਾ ਕਹਾਂ ਸੇ ਹੋ ਤੁਮ यार का क्या हुआ है 200 यानी कितने देना है कितने देना पे आ रहे हो 300 रुपए 300 देना आप ये कोई भी काम कर रहे हो 300 लेके मैंने आया दसो ये ब्लैक मनी दस ब्लैक मनी है मैं तरह ऐसा ही ਜਿਹੜਾ ਕਿਸਾਨ ਜਿਹੜਾ ਬੰਦਾ ਕਿਸਾਨ ਲੇਬਰ ਹਾਇਰ ਕਰਦਾ ਉਹਨੇ ਜੀਰੀ ਲਾਉਣੀ ਹੈ ਉਹਨੇ ਹੋਰ ਲਾਣਾ ਉਹ ਬਲੈਕ ਮਨੀ 10 ਬਲੈਕ ਮਨੀ ਆ ਉਹ ਹੈ ਸਿੱਧੂ ਭਾਜੀ ਇੱਕ ਬੰਦਾ ਸਵੇਰ ਤੋਂ ਲੈ ਕੇ 4 ਵਜੇ ਤੋਂ ਲੈ ਕੇ ਰਾਤੀ 10 ਵਜੇ ਤੱਕ ਕੰਮ ਕਰਦਾ ਮਿਹਨਤ ਕਰਦਾ ਕਿਸੇ ਗੱਲਬਾਤ ਉਹ 4 ਪੈਸੇ ਕਮਾਉਂਦਾ ਤਾਂ ਬਲੈਕ ਮਨੀ ਹੋ ਗਈ ਇਹੋ ਤੇ ਗੱਲ ਹੈ ਸਾਹਿਬ ਆ ਗੱਲ ਸੁਣ ਲਓ ਕੀ ਕਰ ਰਿਹਾ ਹੈ ਜਿਹੜੀ ਗ੍ਰਹਿਣੀ ਜਿਹੜੀ ਘਰ ਵਾਲੀ ਤੁਹਾਡੇ ਤੋਂ ਛੁਪਾ ਕੇ ਆਪਣੇ 4-500 ਜੋੜਦੀ ਹੈ ਉਹ ਬਲੈਕ ਮਨੀ ਉਹ ਜਮਾ ਕਰਾ ਲਈ ਡਿਮੋਨਸਟ੍ਰੇਸ਼ਨ ਲਿਆਂਦੀ ਪਬਲਿਕ ਫਰਮਾਨ ਉਹ ਬੈਂਕਾਂ ਜਮਾ ਕਰਾ ਲਈ ਤੇ ਜਿਹੜੇ ਇਹਨਾਂ ਨੇ ਸਵਿਸ ਬੈਂਕਾਂ 'ਚ ਰੱਖੇ ਉਹ ਲਿਆਂਦੇ 70000 ਰੁਪਏ ਦੀ ਜਮਾ ਕਰਾਉਣ ਨੂੰ ਨੋਟਿਸ ਆਇਆ ਉਹ ਵੀ ਨੋਟ ਆ ਗਿਆ ਕੀ ਕਰੇ 70000 ਰੁਪਏ ਜਿਹਨੇ ਜਮਾ ਕਰਾਉਣਾ ਉਹਨੂੰ ਇਨਕਮ ਟੈਕਸ ਦਾ ਨੋਟਿਸ ਆਇਆ ਪਿਆ ਠੀਕ ਹੈ ਇਹ ਜਮਾ ਕਰਾਏ ਜਵਾਬ ਦੇਣ ਮੈਨੂੰ ਇਹ ਪੁੱਛਦਾ ਸੀ ਮੈਂ ਜਿਹੜਾ ਇਹ ਸਵਾਲ ਕਰਦਾ ਹੋਇਆ ਬਾਤ ਮੈਨੇ ਐਂਟੀ ਨੈਸ਼ਨਲ ਅਭੀ ਕਰਾ ਦਿਓ ਨੇ ਨੋਟ ਆ ਗਏ ਆਪ ਸ਼ੇਰੋਂ ਨੂੰ ਨੋਟਿਸ ਖੁਸ਼ ਹੈ ਮੈਂ ਦੇ ਰਿਹਾ ਪੰਜਾ ਨਹੀਂ ਕੌਣ ਹੈ ਇਹ ਮੇਰੇ ਵਾਲੀ ਕੁੜੀ ਇਹ ਜਿਹੜੀ ਨੋਟਬੰਦੀ ਹੋਈ ਇਹ ਸਰਕਾਰ ਦੇ ਦੇਖੋ ਚੱਕ ਮੈਂ ਕਹਿੰਦਾ ਇਹੀ ਮੇਰਾ ਮੰਦਰ ਮਸਜਿਦ ਹੈ ਚੱਕ ਅੱਛਾ ਠੀਕ ਹੈ ਖੋਲਾ ਆ ਬਾਬੂ ਲੈ ਲੈਣ ਦੋ ਭਾਜੀ ਹਾਂਜੀ ਮੇਰਾ ਗੁਰਦਾਸਪੁਰ ਜ਼ਿਲ੍ਹਾ ਜੇ ਆਧਾਰ ਕਾਰਡ ਹੈਗਾ ਮੇਰਾ ਹੈਂਡੀਕੈਪ ਸੀਗਾ 99 ਦੇ ਵਿੱਚ ਮੈਂ 10ਵੀਂ ਪੜ੍ਹੀ ਤੇ ਮੈਂ ਤੁਹਾਡੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜਾ ਪਰ ਮੇਰੀ ਕਿਸੇ ਨੇ ਸੁਣੀ ਨਹੀਂ ਜੇ ਮੈਂ ਕਿਹਾ ਮੈਂ ਸੁਣਾਤੀ ਦਾ ਮੈਂ ਮੈਂ ਤਾਂ ਨਹੀਂ ਆਇਆ ਇੱਥੇ ਐਸੇ ਕਰਕੇ ਆਇਆ ਆ ਤਾਂ ਮੈਂ ਆਪ ਅਲੱਗ ਬੰਦਾ ਜੇ ਇੱਕ ਆਂਟੀ ਨੇ ਸੁਣ। ਮੇਰੀ ਕਿਸੇ ਨੇ ਨਹੀਂ ਸੁਣੀ ਗੱਲ ਨੂੰ ਸੁਣ। ਸਭ ਮੇਰੀ ਮਾਂ ਮੈਨੂੰ ਕਹਿੰਦੀ ਹੁੰਦੀ ਸੀ ਪਤਾ ਨਹੀਂ ਕਦ ਨਾਰਾਇਣ ਤੇਰੇ ਦਰ ਤੇ ਆਏ ਮਿੱਤਰਾ ਤੂੰ ਨਾਰਾਇਣ ਹੀ ਆ ਮੇਰੇ ਲਈ ਖਾ ਅੱਗ ਚੌੜੀ ਖਾ ਤਾਂ ਤੋਤਾ ਫਿਰਦਾ ਤੇਰੇ ਕਿਹੜਾ ਸਟੰਟ ਪੈਣਾ ਇਹ ਵਾਲੀ ਇੱਕ ਹੋਰ ਲੈ ਲੈ ਨਹੀਂ ਲੈ ਲੈ ਮੈਂ ਕਿਹਾ ਜੇ ਤੂੰ ਜੇਬ 'ਚ ਰੱਖੀ ਤੁਸੀਂ ਦਾ ਅੱਛਾ ਹੁਣ ਆਪਾਂ ਦੂਏ ਤੇ ਆਈਏ ਕਿਸ ਗੱਲ ਤੇ ਕਰ ਰਹੇ ਹੋ ਆਪਣੇ ਹੀ ਕਰੇ ਤੇ ਨੋਟਬੰਦੀ ਦੇ ਨੋਟਬੰਦੀ ਜੋ ਹੈ ਨਾ ਨੋਟਬੰਦੀ ਵੋਟ ਕਰਨੀ ਸਰਕਾਰ ਦੇ ਚੱਲਣੀ ਹਾਂ ਨੋਟਬੰਦੀ ਇਹ ਦੁਨੀਆ ਪਾਰਟੀਆਂ ਨੇ ਉਹਦੇ ਪੈਸੇ ਖੋਲੇ ਆਪਣੀ ਪਾਰਟੀ ਨੇ ਨਹੀਂ ਸਮਝ ਕਰ ਲਿਆ ਬਹੁਤ ਜ਼ਿਆਦਾ ਫਰਕ ਪੈ ਗਿਆ ਉਹ ਦੂਜੇ ਬਾਰੇ ਬਹੁਤ ਵੱਡਾ ਕਾਰਨ ਹੈ ਇਹਨਾਂ ਦਾ ਬੀਜੇਪੀ ਦਾ ਜਿਹੜਾ ਅੱਗੇ ਜਾਣ ਦੂਜਾ ਈਵੀਐਮ ਜੋ ਲੋਕ ਕਹਿੰਦੇ ਨੇ ਕੀ ਹਰਿਆਣਾ ਇਹ ਸਰਕਾਰ ਦੇ ਪ੍ਰਭਾਵ ਦੇ ਦੋ ਹੀ ਕਾਰਨ ਨੇ ਹਾਂ ਜਨਤਾ ਵਿੱਚ ਕਸੂਰ ਕੋਈ ਨਹੀਂ ਇੱਕ ਨੋਟਬੰਦੀ ਇੱਕ ਨੋਟਬੰਦੀ ਜਿਵੇਂ ਬਾਕੀ ਪਾਰਟੀਆਂ ਦੇ ਸਾਰੇ ਫੰਡ ਜਿਹੜੇ ਨੇ ਸਪਲਾਈ ਕਰਦੇ ਹਾਂ ਤੇ ਆਪਣੇ ਫੰਡ ਨੇ ਪਹਿਲਾਂ ਹੀ ਸਾਰਿਆਂ ਨੇ ਆਪਣੇ ਪਰਸਨਲ ਵੀ ਤੇ ਪਾਰਟੀ ਦੇ ਫੰਡ ਇਹਨਾਂ ਨੇ ਸਮਰਿੱਧ ਕਰ ਲਏ ਦੂਜਾ ਹੈਗਾ ਈਵੀਐਮ ਮਸ਼ੀਨ ਬੱਲੇ ਮਤਲਬ ਈਵੀਐਮ ਮਸ਼ੀਨ ਇੰਨੀ ਗੱਲ ਚਲੀ ਗਈ ਹੁਣ ਕਿਸਾਨ ਵੀ ਬੋਲੀ ਜਾਂਦੇ ਬਾਕੀ ਵੀ ਸੁਣੀ ਜਾਂਦੇ ਮੈਂ ਤਾਂ ਮਤਲਬ ਦੇਖੋ ਤੁਸੀਂ ਦੇਖੋ ਨਾ ਜਿੰਨੇ ਵੀ ਇਲੈਕਸ਼ਨ ਹੋਏ ਕਿਨੇ ਜਨਤਾ ਨੇ ਪਬਲਿਕ ਨੇ ਅੱਗ ਲਾ ਦੇਣੀ ਈਵੀਐਮ ਮਸ਼ੀਨਾਂ ਨੂੰ ਇਹ ਹੋਏਗਾ ਹਿੰਦੁਸਤਾਨ ਦੇ ਮੇਰੀ ਗੱਲ ਨੂੰ ਸੁਣੋ ਤੁਹਾਡੀ ਗੱਲ ਹੁਣ ਪਬਲਿਕ ਤੋਂ ਉੱਠੀ ਹੈ ਤੇ ਮੈਂ ਤੇ ਪਬਲਿਕ ਦਾ ਹੀ ਨੁਮਾਇੰਦਾ ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ ਵੀ ਸਭ ਤੋਂ ਜ਼ਿਆਦਾ ਵਿਕਸਿਤ ਮੁਲਕ ਦੁਨੀਆ ਦੇ ਵਿੱਚ ਕਿਹੜੇ ਅਮਰੀਕਾ
ਇੰਗਲੈਂਡ ਉੱਥੇ ਈਵੀਐਮ ਲੱਗੀ ਹੈ ਕਿ ਪੜਾਈ ਹੋਣਾ ਹੈ ਆਪ ਲੱਗਦੀ ਨਹੀਂ ਪਰ ਕੋਈ ਵੀ ਟੈਕਨੋਲੋਜੀ ਹੈ ਕਿਉਂਕਿ ਜੇ ਤੁਸੀਂ ਉਹਨੂੰ ਬਣਾ ਸਕਦੇ ਹੋ ਸਿਸਟਮ ਪ੍ਰੋਗਰਾਮ ਪਾ ਸਕਦੇ ਹੋ ਚੇਂਜ ਵੀ ਕਰ ਸਕਦੇ ਹੋ ਕਿਉਂਕਿ ਟੈਕਨੋਲੋਜੀ ਹੈ ਠੀਕ ਹੈ ਮੈਂ ਕਿਹਾ ਵੱਡੇ ਵੱਡੇ ਕੰਪਿਊਟਰਾਂ 'ਚ ਬਟ ਕੀ ਸੌਫਟਵੇਅਰ ਚੱਕ ਕੇ ਕੀ ਆਪਾਂ ਡੰਡੀਆਂ ਸਟਾਈਲ ਕਰਦੇ ਨੇ ਲੋਕਾਂ ਦੇ ਕੰਪਿਊਟਰ ਫੜਦੇ ਨੇ ਕਰਦੇ ਨੇ ਆਪੇ ਭਾਸ਼ਣ ਜਿਹੜਾ ਮਸ਼ੀਨ ਦਾ ਹੀ ਸਾਰਾ ਕਸੂਰ ਹੈ। ਉਹਦੀ ਜਿਹੜਾ ਭਾਸ਼ਣ ਹੈ ਕਿ ਬਦਮਾਸ਼ਾਂ ਦਾ ਭਾਸ਼ਣ ਜਦ ਬਦਮਾਸ਼ ਹੁੰਦੇ ਨਾ ਲੈਕਚਰ ਉਸ ਦਾ ਲੈਕਚਰ ਨਹੀਂ ਜਿਹੜਾ ਦੂਸਰੀ ਗੱਲ ਵੀ ਕੀਤੀ ਨਾ ਕਿ ਜਿਹੜੀ ਨੋਟਬੰਦੀ ਦੀ ਅੱਗੇ ਵੀ ਇੱਕ ਪ੍ਰਾਈਮ ਮਿਨਿਸਟਰ ਦੀ ਗੱਲ ਕਰ ਰਹੇ ਹਾਂ ਮੈਂ ਉਹਨੂੰ ਮਿਲਣ ਗਿਆ ਕਿਸੇ ਨਾਲ ਉਹਨੇ ਉਹਨੂੰ ਕਿਹਾ कहना तुम्हारा कंप्यूटर फेल हो गया हम पर्चियां नहीं बांटी इस बार हाँ पर्चियां नहीं वंडिया ਅਸੀਂ ਦੈਤ ਨਹੀਂ ਖੜਾ ਕਰ ਸਕੇ ਪਰਚੀਆਂ ਨਹੀਂ ਵੰਡੀਆਂ ਇਹ ਕੰਪਿਊਟਰਾਂ ਨਾਲ ਨਹੀਂ ਹੁੰਦਾ ਸਾਨੂੰ ਸਮਝੋ ਜਿਹੜੇ ਬੰਦੇ ਮਸ਼ੀਨਾਂ ਨੂੰ ਮਜ਼ਦੂਰਾਂ ਦੇ ਸਿਰ ਤੇ ਪਾਈ ਜਾਂਦੇ ਆ ਕਿੰਨਿਆਂ ਨੂੰ ਨੌਕਰੀ ਮਿਲਦੀ ਹੁੰਦੀ ਜਦੋਂ ਇਹ ਮਸ਼ੀਨਾਂ ਲਾਉਂਦੇ ਜਦੋਂ ਇਹਨਾਂ ਦੇ ਟੈਕਸ ਛੱਡਦੇ 6-6 ਲੱਖ ਕਰੋੜ ਰੁਪਇਆ ਕਿਸਾਨ ਦਾ ਛੱਡਿਆ ਤੁਹਾਡਾ ਛੱਡਿਆ ਜਦੋਂ ਇਹ 25 ਆਉਂਦੀ ਹੈ ਸਕੀਮ ਹੈ ਉਦੋਂ ਉਹਨੂੰ ਕਹਿੰਦੇ ਆ ਵੀ ਨੌਕਰੀਆਂ ਦੇਵੋਗੇ ਨਹੀਂ ਪੁੱਛੋ ਅਗਲੀ ਗੇਮ ਜਿਹੜੀ ਇਹਨਾਂ ਦੀ ਗੱਲ ਹੈ ਨੋਟਬੰਦੀ ਬਾਰੇ ਕਿ ਜਿਹੜੇ ਇਹਨਾਂ ਦੇ ਬੈਂਕ ਸੀ ਜਿਹੜੇ ਇਹਨਾਂ ਦੇ ਕੋਆਪਰੇਟਿਵ ਹਜ਼ਾਰਾਂ ਕਰੋੜ ਜਿਨ੍ਹਾਂ 'ਚ ਇਹਨਾਂ ਦੇ ਬੰਦੇ ਮੰਤਰੀਆਂ ਦੇ ਮੁੰਡੇ ਡਾਇਰੈਕਟਰ ਸੀ ਇਹਨਾਂ ਨੇ ਪਹਿਲਾਂ ਜਮ੍ਹਾਂ ਕਰਾ ਲਿਆ ਤੇ ਜਿਹੜਾ ਇਹ ਕਹਿੰਦੇ ਸੀ ਬਲੈਕ ਮਨੀ ਖਤਮ ਕਰਾਂਗੇ ਤੇ ਉਹ 99.3% ਪੈਸਾ ਵਾਪਸ ਆ ਗਿਆ ਤੇ ਕਿਹੜੀ ਬਲੈਕ ਮਨੀ ਠੀਕ ਹੈ ਤੇ ਇਹਨਾਂ ਨੇ ਆਪਣੇ ਜਿਹੜੇ ਬੰਦੇ ਸੀ ਉਹਨਾਂ ਨੇ ਜਮ੍ਹਾਂ ਕਰਾ ਲਏ ਇੱਕ ਜਾ ਗਰਮ ਠੰਡੀ ਹੋ ਹਾਂ ਹੁਣ ਆਪਾਂ ਇੱਕ ਦੂਸਰੀ ਗੱਲ ਆਪਾਂ GST ਬਾਰੇ ਗੱਲ ਕਰ ਰਹੇ ਹਾਂ ਆਪਾਂ GST ਦੀ ਗੱਲ ਕਰ ਰਹੇ ਸੀ ਕਿ GST ਦੇ ਅੰਦਰ ਜਿਹੜੀਆਂ ਚੀਜ਼ਾਂ ਨਹੀਂ ਰੱਖੀਆਂ ਆ ਸਭ ਤੋਂ ਇੰਪੋਰਟੈਂਟ ਗੱਲ ਹੈ ਮਿੱਤਰਾ ਜਿਹਦੇ ਲਈ ਮੈਂ ਮੇਰੀ ਜ਼ਿੰਦਗੀ ਗੁਜ਼ਰ ਗਈ 14 ਸਾਲ ਮੈਂ ਇਸੇ ਗੱਲ ਲਈ ਲੜਦਾ ਰਿਹਾ ਇਸੇ ਗੱਲ ਦੇਖੋ ਇਹਨਾਂ ਨੇ ਕੀ ਬਾਤ ਦਿਖਾਇਆ ਪੈਟਰੋਲ ਡੀਜ਼ਲ ਇਹ ਵਨ ਨੇਸ਼ਨ ਵਨ ਟੈਕਸ ਨੇ ਪੈਟਰੋਲ ਡੀਜ਼ਲ ਬਾਤ ਦਿਖਾਇਆ ਇੱਕ ਗਿਆਨ ਸਭਾ ਕਰਦੀ ਕਿਸੇ ਪਾਲੇ ਪੈਟਰੋਲ ਡੀਜ਼ਲ ਨਾਲ ਸਰਕਾਰ ਚੱਲਦੀ ਠੀਕ ਹੈ ਸਟੇਟਾਂ ਨੇ ਕੀ ਬਾਤ ਦਿਖਾਇਆ ਇਹ ਦੇਖਣ ਵਾਲੀ ਗੱਲ ਹੈ ਸਭ ਤੋਂ ਵੱਡੀ ਗੇਮ ਇਹ ਹੈ ਕਿ ਉਹ ਚੀਜ਼ਾਂ ਸਟੇਟਾਂ ਨੇ ਸ਼ਰਾਬ ਰੇਟ ਠੀਕ ਹੈ ਉਹਦੇ 5% ਹੈ ਪਰ ਲੋਕਾਂ ਨੂੰ ਫਾਇਦਾ ਨਹੀਂ ਜਾ ਰਿਹਾ ਉਸ ਚੀਜ਼ ਦਾ ਛੋਟੇ ਨੇ ਪਹਿਲਾਂ 28% ਲਾਇਆ ਫਿਰ ਸੋਡਾ ਕਰਕੇ 18 ਤੇ ਲਿਆਂਦਾ ਤੇ ਰੇਤੇ ਤੇ ਕਿੰਨਾ 5% ਸ਼ਰਾਬ ਤੇ ਕੋਈ ਟੈਕਸ ਨਹੀਂ ਕੋਈ GST ਨਹੀਂ ਹੁਣ ਮੈਨੂੰ ਇਹ ਦੱਸੋ ਸ਼ਰਾਬ ਦਾ ਫਾਇਦਾ ਸਟੇਟ ਨੂੰ ਆ ਰਿਹਾ ਕਿ ਮਾਫੀਆ ਨੂੰ ਜਾ ਰਿਹਾ ਜਾ ਰਿਹਾ ਰੇਤ ਦਾ ਫਾਇਦਾ ਲੋਕਾਂ ਨੂੰ ਆ ਰਿਹਾ ਕਿ ਮਾਫੀਆ ਨੂੰ ਜਾ ਰਿਹਾ ਲੋਕਾਂ ਦੀ ਟਰਾਲੀ ਸਸਤੀ ਹੋਈ ਮੈਂ ਤੁਹਾਨੂੰ ਹੀ ਪੁੱਛਦਾ ਤੁਹਾਨੂੰ ਸਰਕਾਰ ਦਾ ਰੈਵਨਿਊ ਵਧਿਆ ਨਹੀਂ ਮੈਂ ਜੀ ਇਹ 500 ਦੀ ਪਰਚੀ ਲੱਗੀ ਉੱਥੇ ਲੱਗੀ ਨਾ ਦੋਸਤ ਉਹ ਜੇ ਬਾਹਰ ਕਢਾਇਆ ਸੀ ਤੇ ਉਹ ਸੂਬੇ ਨੂੰ ਫਾਇਦਾ ਹੋਇਆ ਤੁਹਾਨੂੰ ਫਾਇਦਾ ਹੋਇਆ ਜੇ ਤੁਹਾਨੂੰ 1500 ਟਰਾਲੀ ਮਿਲਦੀ ਮੈਂ ਕਹਿੰਦਾ ਫਾਇਦਾ ਹੋਇਆ ਜੈਕਾਰ ਨਵਜੋਤ ਸਿੰਘ ਸਿੱਧੂ ਕਰਦਾ ਲੇਕਿਨ ਮਾਂ ਪਿਓ ਨੇ ਲਿਖਿਆ ਇਮਾਨ ਬਕਾਊ ਨਹੀਂ ਇਸ ਕਰਕੇ ਮੈਂ ਕਹਿੰਦਾ ਵੀ ਜੇ ਸਟੇਟਾਂ ਦਾ ਬਾਹਰ ਕੱਢਿਆ ਇਹ ਤੇ ਉਹਦਾ ਫਾਇਦਾ ਪਬਲਿਕ ਨੂੰ ਗਿਆ ਬਸ ਮੈਂ ਮਰਦਾ ਮਰ ਗਿਆ ਇਹ ਕਹਿੰਦਾ ਮਰ ਗਿਆ ਵੀ ਸਰਵਿਸ ਟੈਕਸ ਆ ਜਿਹੜੇ ਕੇਬਲ ਮਾਫੀਆ ਖਾ ਗਿਆ ਸਾਰਾ ਪੰਜਾਬ ਦਾ ਖਾ ਗਿਆ ਸਾਰਾ ਡਾਇਰੈਕਟਰ ਖਾ ਗਿਆ ਸਾਰਾ ਹੈ ਵੀ ਭਾਈ ਮੈਨੂੰ ਇਹਦੇ ਕੰਪਿਊਟਰ ਤੱਕ ਪਹੁੰਚ ਲੈਣ ਦਿਓ ਮੇਰੇ ਪੋਤਰੇ ਖੋਲ ਦੂੰ ਹੈ ਉਹ ਕਰੂਰ ਹਵਾ ਹੋ ਗਿਆ ਇਹ ਤੁਹਾਨੂੰ ਮੈਂ ਕਹਿ ਰਿਹਾ ਇਹ ਦੁਨੀਆ ਗੇਮਾਂ ਸਮਝੋ ਇਹ ਸਭ ਕਾਨੂੰਨ ਹੈ ਹੀ ਨਹੀਂ ਕਾਨੂੰਨ ਤੇ ਰੂਲ ਆਫ ਲਾਅ ਨੇ ਜੀ ਰੂਲ ਆਫ ਲਾਅ ਕਿੱਥੇ ਹੈ ਘੋੜਾ ਬੰਦਾ ਇੱਕ ਬਰਾਬਰ ਤੇ ਮੈਂ ਮਹਾਰਾਜ ਤੁਸੀਂ ਮੈਨੂੰ ਕਹਿੰਦੇ ਰੂਲ ਆਫ ਲਾ ਇਹ ਦੇਖੋ ਇਹ ਰੂਲ ਆਫ ਲਾ ਦੀ ਗੱਲ ਆਈ ਨਾ ਦੇਖੋ ਸੁਣੋ ਰੂਲ ਆਫ ਲਾ ਹੁਣ ਮੈਨੂੰ ਦੱਸੋ ਇਹ ਰੂਲ ਆਫ ਲਾ ਹੈ ਵੀ ਕਿਸਾਨ ਆਪਦਾ ਵਕੀਲ ਲੈ ਕੇ ਕਾਨੂੰਨੀ ਦਰਵਾਜ਼ੇ ਨਹੀਂ ਖੜਕਾ ਸਕਦੇ ਇਹ ਰੂਲ ਆਫ ਲਾ ਹੈ ਅੱਛਾ ਬੰਦੇ ਕੋਲ ਤੁਹਾਨੂੰ ਤੁਸੀਂ ਤਰਾਈ ਕਰਦੇ ਹੋ ਤੁਸੀਂ ਕਿਹਦੇ ਕੋਲ ਜਾਓ ਜਿਹੜਾ ਬੰਦਾ ਵੋਟਾਂ ਪਾ ਕੇ ਆਇਆ ਕਾਉਂਸਲਰ ਨੂੰ ਉਹ ਕਾਉਂਸਲਰ ਕੋਲ ਜਾਊ ਠੀਕ ਹੈ ਪਿੰਡ ਆ ਸਰਪੰਚ ਕੋਲ ਜਾਊ ਹੋਰ ਵੀ ਐਮਐਲਏ ਦਾ ਖਿਲਾਫ ਆਊ ਆਖੋ ਭਾਈ ਤੁਸੀਂ ਸਾਨੂੰ ਵੋਟਾਂ ਪਾਉਣਾ ਹੈ ਮੈਨੂੰ ਕੋਈ ਗਾਲਾਂ ਨਹੀਂ ਕੱਢਦੇ ਮੈਂ ਕਹਿੰਦਾ ਯਾਰ ਇੰਨੇ ਲੋਕ ਪਿਆਰ ਕਰਦੇ ਗਾਲ ਕੱਢ ਕੇ ਮੇਰੀ ਗੱਲ ਦਾ ਆਵਾਜ਼ ਕਿਤਾ ਹੋਊਗੀ ਕੋਈ ਚੱਕਰ ਨਹੀਂ ਕੱਢ ਯਾਰ ਜੇ ਮੈਂ ਤਾਕਤ ਨੂੰ ਲੋਕਾਂ ਨੂੰ ਪਟਾਉਣ ਨੂੰ ਲਾਉਂਦਾ ਤੇ ਮੈਨੂੰ ਤੁਸੀਂ ਪਿਆਰ ਕਰਦੇ ਫਿਰ ਮੈਂ ਸੱਥਾਂ ਜਾ ਵੜਦਾ ਦੱਸੋ ਕੋਲ ਮੈਂ ਬੈਠਾ ਹੁੰਦਾ ਜੇ ਮੈਂ ਚਾਰ ਪੌੜੀ ਵਿਜਿਆ ਹੁੰਦਾ ਤੇ ਮੈਂ ਤੁਹਾਡੇ ਕੋਲ ਬਹਿ ਜਾਂਦਾ ਇਹ ਰਾਜਨੀਤੀ ਜਿਹੜੀ ਹੈ ਉਹ
ਸੇਵਾ ਵਾਸਤੇ ਹੈ ਕਿ ਲੋਕਾਂ ਦਾ ਭਲਾ ਕਰਨ ਵਾਸਤੇ। ਹੁਣ ਤੁਸੀਂ ਉਹਨਾਂ ਕੋਲ ਜਾਓਗੇ ਨਾ ਚੁਣੇ ਨੁਮਾਇੰਦੇ ਕੋਲ, ਦੱਸ ਵੀ ਚੁਣੇ ਨੁਮਾਇੰਦੇ ਕੋਲ ਜਾਓਗੇ। ਜਿਹੜੇ ਚੁਣੇ ਨੁਮਾਇੰਦੇ ਸੀ, ਸਰਕਾਰ ਨੇ ਕਾਨੂੰਨ ਦਾ ਸੈਂਟਰ ਕਾਨੂੰਨ ਬਣਾ ਰਿਹਾ। ਕਾਨੂੰਨ ਇਸ ਤਰ੍ਹਾਂ ਬਣਾ ਰਿਹਾ ਹੈ ਕਿ ਜਿਹੜੇ ਤੁਹਾਡੇ ਚੁਣੇ ਨੁਮਾਇੰਦੇ ਉਹਨਾਂ ਕੋਲ ਕੋਈ ਪਾਵਰ ਹੋ ਜਾਣਗੇ। GST ਵਿੱਚ ਇਕਨੋਮਿਕ ਪਾਵਰ ਸੂਬੇ ਦੀ ਲੈ ਲਈ, ਫਿਰ ਥੋੜੀ ਪੋਲੀਟੀਕਲ ਪਾਵਰ ਲੈ ਰਹੇ ਨੇ। ਕਿਸਾਨ ਕਾਨੂੰਨ ਵਿੱਚ ਤੁਸੀਂ ਕੋਰਟ ਨਹੀਂ ਜਾ ਸਕਦੇ, MLA ਤੁਹਾਡਾ ਕੀ ਕਰ ਦੂਗਾ। ਜੋ ਤੁਸੀਂ ਸੈਂਟਰਲਾਈਜ਼ੇਸ਼ਨ ਪਾਵਰ ਬਣਾਉਂਗੇ, ਅਸਲ ਵਿੱਚ ਆਪਣੇ ਦੇਸ਼ ਦੇ ਅੰਦਰ ਫੈਡਰਲ ਸਟਰਕਚਰ ਬਣਾਇਆ। ਜੋ ਦੋ ਜਗ੍ਹਾਵਾਂ ਨੇ ਜਿੱਥੇ ਕਾਨੂੰਨ ਬਣਦੇ ਨੇ, ਦੋ ਤਾਂ ਨਹੀਂ ਬਣਦੇ ਨਾ, ਵਿਧਾਨ ਸਭਾ ਤੇ ਇੱਕ ਪਾਰਲੀਮੈਂਟ। ਉਹ ਕਿਉਂ ਹੈ? ਕਿਉਂਕਿ ਜਿਹੜੇ ਹਰ ਸੂਬੇ ਦੇ ਅਲੱਗ-ਅਲੱਗ ਮਸਲੇ ਨੇ, ਹਰ ਸੂਬੇ ਦੀ ਅਲੱਗ ਇਕਨੋਮੀ, ਮਤਲਬ ਰਜਾਮੰਦੀ ਨਾਲ ਬਣੋ। ਉਹ ਉੱਥੇ ਦੇ ਲੋਕਾਂ ਦੀ ਉੱਥੇ ਆਵਾਜ਼ ਦੇ ਲੋਕ ਆਪਣੇ ਚੁਣੇ ਨੁਮਾਇੰਦੇ ਬਸਣ, ਉਹ ਲੈਜਿਸਲੇਟ ਕਰਨ ਔਰ ਉਹ ਕਾਨੂੰਨ ਬਣਾਉਣ। ਹੁਣ ਤਾਂ ਦੱਸੋ ਐਗਰੀਕਲਚਰ ਦੇ ਉੱਤੇ ਕਾਨੂੰਨ ਇਹ ਬਣਾ ਰਹੇ ਆ, ਇਹਨਾਂ ਦੇ ਪਿਓ ਦਾ ਰਾਜ ਹੈ। ਕੀ ਹੈ? ਇਹਦਾ ਵੀ ਟੈਕਸ ਹੈ ਮਿੱਤਰਾ। ਇਹਦੇ ਵੀ ਟੈਕਸ ਹੈ। ਤੁਸੀਂ ਇਹਨੂੰ ਫੜੋਗੇ ਨਾ ਕੀ ਹਾਲ ਮਿੱਤਰ, ਜੋ ਕਰ ਉੱਪਰ ਲਾਓ ਲਓ ਜੀ। ਉਹ ਬੰਦਾ ਜਿਹੜਾ ਇੱਕ ਬਜ਼ੁਰਗ ਉਹ ਥੋੜਾ ਜਿਹਾ ਠੀਕ ਹੈ ਕਿ ਨਹੀਂ, ਗੱਲ ਸਮਝਦੇ ਹੋ? ਉਹ ਵੀ ਖਤਮ ਕਰਤਾ। ਇਹਦਾ ਮਤਲਬ ਇਹ ਕਿ ਇਹ ਵਾਰ ਜਿਹੜਾ ਇਹ ਸਾਡੇ ਸੰਗੀ ਢਾਂਚੇ ਨੇ, ਸਾਡੇ ਅਸਤਿਤਵ ਤੇ। ਇਸ ਕਰਕੇ ਮੇਰੀ ਗੱਲ ਨੂੰ ਯਾਦ ਰੱਖੋ ਕਿ ਆਪਾਂ ਸਾਰੇ ਤਗੜੇ ਹੋ ਕੇ ਇਕੱਠੇ ਹੋ ਕੇ ਲੜੀਏ। ਇਹ ਨਾ ਕਹੋ ਇਹ ਉਹਦੀ ਲੜਾਈ ਹੈ, ਇਹ ਕਿਸਾਨ ਦੀ ਲੜਾਈ ਨਹੀਂ, ਇਹ ਆਪਣੀ ਲੜਾਈ ਹੈ। ਇਹ ਕਿਸਾਨ ਤੇ ਇਹਦਾ ਝੰਡਾ ਬਰਦਾਰ, ਕਿਸਾਨ ਤੇ ਕਹਿੰਦੇ ਖਬਰਦਾਰ, ਖਬਰਦਾਰ ਹੋਸ਼ਿਆਰ ਆ ਗਏ। ਇਹ ਝੰਡੇ ਝੰਡਾ ਕਿਹਨੇ ਲਾਇਆ ਸੀਗਾ ਜਦੋਂ ਨੈਸ਼ਨਲ ਮੂਵਮੈਂਟ ਹੋਈ ਸੀ? ਮਹਾਤਮਾ ਗਾਂਧੀ ਜੀ, ਉਹਦੇ ਅੱਗੇ ਲੱਗੇ ਪੰਡਿਤ ਜਵਾਹਰ ਲਾਲ ਨਹਿਰੂ ਸੀ, ਮਨਮੋਹਨ ਮਾਲਵੀਆ, ਭਗਤ ਸਿੰਘ, ਸ਼ਹੀਦ ਆਜ਼ਮ ਊਧਮ ਸਿੰਘ, ਲਾਲਾ ਲਾਜਪਤ ਰਾਏ, ਇਹ ਅੱਗੇ ਲੱਗੇ। ਇਹਨਾਂ ਨੂੰ ਹੁਲਾਰਾ ਕਿਹਨੇ ਦਿੱਤਾ? ਸਭ ਤੋਂ ਵੱਡਾ ਪਹਿਲਾਂ ਸ਼ਹਿਰੀ ਮੂਵਮੈਂਟ ਨੂੰ ਹੁਲਾਰਾ ਕਿਹਨੇ ਦਿੱਤਾ? ਇਹਨੂੰ ਹੁਲਾਰਾ ਦਿੱਤਾ ਕਿਸਾਨ ਨੇ। ਹੈ ਨਾ, ਆਪਣੇ ਵੀ ਆਪਾਂ ਸਾਰੇ ਜੁੜੇ ਹੋਏ ਨੇ। ਮਤਲਬ ਜਿਹੜਾ ਵਪਾਰ ਵੀ ਕਰਦੇ ਹੈ, ਕਈ ਛੱਡ ਕੇ ਕਿਸਾਨੀ ਇੱਥੇ ਵਪਾਰ ਕਰ। ਇਸ ਕਰਕੇ ਸੰਗੀ ਢਾਂਚਾ ਮਾਰ ਰਹੇ ਆ, ਪੰਜਾਬ ਦੇ ਅਧਿਕਾਰ ਮਾਰ ਰਹੇ, ਹੋਰ ਸੂਬਿਆਂ ਦੇ ਅਧਿਕਾਰ ਮਾਰ ਰਹੇ, 32 ਸਟੇਟਾਂ ਦੇ ਟੈਕਸ ਮਾਲੀਆਂ ਦੀ ਜੇਬ ਪਾ ਰਹੇ, ਲੋਕਾਂ ਦੀ ਸਰਕਾਰ ਗੁਲਾਮ ਬਣਾ ਰਹੇ। ਨਹੀਂ ਪਿੱਛੋਂ ਆਇਆ ਤੋਂ ਤੇ ਕੋਈ ਆਵਾਜ਼ ਸਕਦਾ ਹੈ? ਹਾਂ 10 20 ਦੀ ਕੋਈ ਆਵਾਜ਼ ਚੱਕਦਾ। ਜੇ ਕੋਈ ਆਵਾਜ਼ ਸਕਦਾ ਹੈ, ਜੇ ਕੋਈ ਆਪਾਂ ਇਕੱਠੇ ਹੋ ਕੇ ਬੋਲਾਂਗੇ ਤਾਂ ਕੁਝ ਨਹੀਂ ਕਰ ਸਕਦੇ। ਪਰ ਜੇ ਕੋਈ ਇੱਕ ਬੰਦਾ ਆਵਾਜ਼ ਸਕਦਾ, ਦੋ ਬੰਦੇ ਆਵਾਜ਼ ਸਕਦੇ ਨੇ। International ਚਾਹਤੇ ਤੁਸੀਂ ਤਾਂ ਇਮਾਨਦਾਰ ਹੋ, ਪਰ ਜੇ ਕੋਈ MLA ਦਾ ਇਮਾਨਦਾਰ ਨਹੀਂ ਹੋਇਆ, ਉਹਦਾ ਕੋਈ ਪਾਰ ਚੱਲਦਾ ਹੋਇਆ ਸੂਬੇ 'ਚ, ਉਹਦੇ ਪਹਿਲਾਂ ਟੈਕਸ ਨਾਲ ਦੀ ਪੂਰੀ ਮੋੜ ਲੈਂਦੇ ਨੇ। ਉਹਦੇ ਸੈਂਟਰਲ ਏਜੰਸੀਆਂ CBI ਭੇਜ ਦੋ। ਹੁਣ ਆਸਾਨੀ ਤੋਂ ਚੱਲ ਰਿਹਾ ਹੈ। ਮੈਂ ਕਹਿੰਦਾ ਆਰਤੀ ਹੈ, ਇਸੇ ਸਰਕਾਰ ਜੇ ਹੋ ਰਿਹਾ ਆਰਤੀ ਹੈ ਸਾਡੀ। ਮੈਂ ਕਹਿੰਦਾ ਆਰਤੀ ਹੈ ਸਾਡੀ। ਇਸ ਮੰਡੀਆਂ ਦੇ ਸਿਸਟਮ ਮੇਰੇ ਬਾਪ ਦਾਦਿਆਂ ਨੇ ਮਿਹਨਤ ਕਰਕੇ ਇਹ ਮੰਡੀਆਂ ਦਾ ਸਿਸਟਮ ਬਣਾਇਆ। ਆਰਤੀਆਂ ਦਾ ਬਿਜ਼ਨਸ ਹੈ, ਉਹਨਾਂ ਦੇ ਰੇਟਾਂ ਪੈ ਰਹੀਆਂ, MLA ਦੇ ਨਾਂ ਦੇ ਤੇ ਪ੍ਰੈਸ਼ਰ ਪਾਉਂਦੇ। ਕੰਮ ਇਸੇ ਸਰਕਾਰ ਨੇ ਕੀਤਾ। ਪਹਿਲਾਂ ਕਿਸਾਨ ਦਾ ਹੀ ਹੈ, ਕੋਈ ਨਹੀਂ। ਅੱਛਾ ਹੁਣ ਕਿਸਾਨ ਸਾਰੇ ਲੀਡਰ ਨੇ। ਉਹ ਕਹਿੰਦੇ ਅਸੀਂ ਸਾਰੇ ਅਗੇ ਜੀ ਉੱਥੇ ਸੌਮਣ ਦੁੱਧ 'ਚ ਭੰਗ ਪਾ ਦਿਓ, ਰੰਗ 'ਚ ਭੰਗ ਪਾ ਦਿਓ, ਕੜੀ 'ਚ ਕੋਲਾ ਪਾ ਦਿਓ, ਉੱਥੇ ਜਾ ਕੇ ਉੱਥੇ ਪੋਲੀਟੀਕਲ ਬਣਾ ਦਿਓ ਉਹਨੂੰ। ਕਿਉਂ ਬਈ? ਜਿਹੜਾ ਤੁਹਾਡੇ ਨਾਲ ਹੈ ਉਹ ਤੇ ਬੜਾ ਸੰਤ ਹੈ, ਤੇ ਜਿਹੜਾ ਤੁਹਾਡੇ ਨਾਲ ਨਹੀਂ ਉਹ ਅੱਤਵਾਦੀ ਹੈ। ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਜੀ, ਇੱਥੇ ਪ੍ਰੈਜ਼ੀਡੈਂਟ ਰੂਲ ਆਣਾ। ਮੈਂ ਕਹਿੰਦਾ ਇਹ ਉੱਚੀਆਂ ਗੱਲਾਂ ਲੋਕ ਸਮਝ ਗਏ। ਇਸ ਕਰਕੇ ਮੈਂ ਤੁਹਾਨੂੰ ਕਹਿ ਰਿਹਾ ਕਿ ਜਿਹੜੇ ਪਹਿਲਾਂ ਛੁਪੇ ਰੁਸਤਮ ਸੀ ਨਾ, ਹਮ ਹੈ ਛੁਪੇ ਰੁਸਤਮ ਹੈ ਨਾ, ਇਹ ਛੁਪੇ ਰੁਸਤਮ ਨਹੀਂ ਰਹੇ। ਹੁਣ ਕਿਸਾਨ ਵੀ ਜਾਣ ਗਿਆ, ਤੇਰੇ ਵਰਗਾ ਮੁੰਡਾ ਮੈਂ ਉਹਨੂੰ ਦੱਸਦਾ ਸੀ ਬਾਬੂ ਬਣ ਗਏ। ਹੁਣ ਜਾਣ ਗਿਆ ਕਿ ਨਹੀਂ ਜਾਣ ਗਿਆ? ਤੇਰੇ ਨਾਲ ਹਮ ਹੈ ਬਣਾ। ਚਲੋ ਮੈਂ ਕਿੱਥੋਂ ਦੀ ਤੋਕ ਕਿੱਥੇ ਜੋੜਦੀ, ਲੇਕਿਨ ਕਿ ਮੈਂ ਇਹਨੂੰ ਦੱਸ ਰਿਹਾ, ਗੱਲਾਂ ਇਹ ਥੋੜਾ ਸੁਣ ਰਿਹਾ। ਆ ਦੇਖੋ ਇਹਦੇ ਰਾਹੀਂ ਅੱਜ ਕੱਲ ਇਹ ਸੋਸ਼ਲ ਮੂਵਮੈਂਟ ਹੈ ਨਾ, ਇਹਨੂੰ ਚਲਾ ਪਾਉਂਦੇ ਸੋਸ਼ਲ ਮੀਡੀਆ। ਬਾਕੀ ਦੇ ਵਿਗੇ ਕਿੰਨੇ ਨਹੀਂ, ਉਹ ਚੰਗੇ ਵੀ ਨੇ, ਬੜੇ ਲੋਕ ਚੰਗੇ ਨੇ। ਮੇਰੀ ਗੱਲ ਨੂੰ ਸੁਣੋ, ਆਪਣੀ ਸ਼ਹਿਰ ਦੇ ਵਿੱਚ ਪੰਜਾਬ ਕੇਸਰੀ ਹਵਾ ਪਾਉਂਦੇ ਬਲਜੀਤ ਸਿੰਘ ਹਮਦਰਦ ਵਰਗੇ ਬੰਦੇ ਬੜੇ ਚੰਗੇ ਨੇ, ਜਿਨ੍ਹਾਂ ਦੇ ਉੱਤੇ ਮੱਥੇ ਲਿਖਿਆ ਨੋਟ ਫॉर ਸੇਲ। ਜਿਹੜੇ ਲੋਕਾਂ ਦੀ ਆਵਾਜ਼ ਚੁੱਕਦੇ, ਜਿਹੜੇ ਧਰਮ ਦੇ ਝੰਡੇ ਬਰਦਾਰ ਨੇ, ਚੰਗੇ ਵੀ ਨੇ ਤੇ ਮਾਰੇ ਵੀ ਨੇ। ਆਪਾਂ ਉਹਨਾਂ ਦੀ ਆਪਾਂ ਉਸ ਗੱਲ ਕਿਉਂ ਪਈਏ? ਨਹੀਂ ਸਮਝਦਾ ਸਵਾਲ। ਇਹ ਮੈਂ ਕਹਿਣਾ ਤੁਹਾਨੂੰ, ਚੰਗੇ ਮਾੜੇ ਨੂੰ ਤਾਕਤ ਤੁਸੀਂ ਦੇਣੀ ਹੈ। ਇਹ ਤੁਸੀਂ ਤੈਅ ਕਰਨਾ। ਅਖਬਾਰ ਨੂੰ ਵੀ ਤੁਸੀਂ ਦੇਣੀ ਹੈ ਤਾਕਤ, ਇਹ ਦੇਖੋ TV ਨੂੰ ਵੀ ਤੁਸੀਂ ਦੇਣੀ ਹੈ ਤਾਕਤ, ਇਹ ਸੋਸ਼ਲ ਮੀਡੀਆ ਨੂੰ ਵੀ। ਇਹ ਨਵਜੋਤ ਸਿੰਘ ਸਿੱਧੂ ਨੇ ਨਹੀਂ ਦੇਣੀ। ਤੁਸੀਂ ਸੋਚੋ ਬੜਾ MLA ਆ ਗਿਆ, ਮੈਂ ਕਿਉਂ ਤੁਹਾਡੇ ਨਾਲ ਇੱਥੇ ਆ ਨਹੀਂ ਬੈਠਦਾ? ਕਿਉਂਕਿ ਤਾਕਤ ਤੁਹਾਡੇ ਕੋਲ ਯਾਰ। ਮੈਂ ਤੁਹਾਨੂੰ ਕਹਿੰਦਾ ਅਲਗ ਜਗਾਓ, ਸ਼ਹਿਨਸ਼ਾਹ ਤੁਸੀਂ ਹੋ। ਸ਼ਹਿਨਸ਼ਾਹ ਸ਼ਿਕਾਇਤ ਥੋੜਾ ਨਾ ਕਰਦਾ ਹੁੰਦਾ, ਉਹ ਤਾਂ ਸ਼ਿਕਸਤ ਦਿੰਦਾ। ਸ਼ਹਿਨਸ਼ਾਹ ਅਸਲ ਇਹਨਾਂ ਨੂੰ
ਮਾਰਨ ਦੀ ਸਭ ਤੋਂ ਬੈਸਟ ਹੈ ਜੀ ਈਵੀਐਮ ਬੰਦ ਹੋਏ ਬਸ, ਕੀ ਕਿਉਂਕਿ ਦੇਖੋ ਇਹਨਾਂ ਨੇ ਸਾਰਾ ਕੁਝ ਮੁਸ਼ਕਲਾਂ ਤੇ ਫੇਲ ਕਰ ਲੈਣਾ। ਮੁਸਲਮਾਨ ਦੇਖੋ ਜੀ, ਉੱਤਰ ਪ੍ਰਦੇਸ਼ 'ਚ ਮੁਸਲਮਾਨ ਦਾ ਇਲਾਕਾ ਜਿਹਦੇ 'ਚ ਕਿ ਹਿੰਦੂ ਬੰਦਾ ਨਹੀਂ ਗਾ, ਤੇ ਉੱਥੇ ਜਿਹੜਾ ਬੀਜੇਪੀ ਜਿੱਤ ਗਈ ਹਿੰਦੂ ਬੰਦਾ ਖੜਾ ਹੋਇਆ, ਕਦੀ ਉਹ ਸਾਰਾ ਮੁਸਲਮਾਨ ਵੋਟ ਦਾ ਪਾਈ। ਇੱਕ ਗੱਲ ਸੁਣ, ਜਦੋਂ ਜ਼ਮੀਨ 'ਚੋਂ ਆਵਾਜ਼ ਆਉਂਦੀ ਹੈ ਨਾ, ਉਹ ਕੰਨ ਫਾੜ ਕੇ ਆਉਂਦੀ ਹੈ, ਉਹਨੂੰ ਕੋਈ ਰੋਕ ਨਹੀਂ ਸਕਦਾ। ਮੈਂ ਹਮੇਸ਼ਾ ਕਹਿੰਦਾ ਰਿਹਾ कि तूफान जब झूम के उठेगा तिनको से न टाला जाए। ये तूफान है मित्रा, ये लोग मूवमेंट है, ये लोगों की लोगों का वो है, समझ रहे हो? इस करके बड़ा वधिया लगे। जानी चाह पिया यार गर्म अज 500 बता के जाने मैं तेरे तेरा पैसे कट बई यानी मुंडे बिहारों आए हैं, बिहार तो आए, बाकी मेहमान जो हमारा होता है वो जान से प्यारा होता है, वो पता लगे भी जान तो प्यारा दूंगा। आज तेरी दिहाड़ी मैं दे के गल खत्म भाई तेरे को पा सकते भाई नहीं कर सकते अज तक। कोई अमृतसर टुट के क्या थोड़े भरावां जो कि सिद्धू ने मेरा बाल भी बिगा कह सकता, एक बंदा कर दियो मैं उस नाराज नहीं, जोड़े बथेरे है पर जिंदगी के एक बंदा नहीं उठ के कह सकता इस धरती फिर जीवन सफला करना ना। वो कहना बाबा बंदा सिंह भगत जी वो तपस्वी सी, ते गुरु साहब ਉਹਦੇ ਕੋਲ ਗਏ, ਉਹ ਕਹਿੰਦਾ ਜੀ ਮੈਂ ਤੇ ਰੱਬ ਦੀ ਆਰਾਧਨਾ ਕਰਦਾ ਹੈ ਤੇ ਮੈਂ ਤੇ ਤਪਸਵੀ ਹਾਂ। ਤੇ ਗੁਰੂ ਸਾਹਿਬ ਨੇ ਪਤਾ ਕੀ ਆ ਕਹਿੰਦਾ ਜੇ ਤੈਨੂੰ ਕਿਸਾਨ ਦੇ ਹੰਝੂ ਚ ਰੱਬ ਨਹੀਂ ਦੇਖਦਾ ਤੇ ਗਰੀਬ ਦੀ ਪੀੜ ਚ ਰੱਬ ਨਹੀਂ ਦੇਖਦਾ ਫਿਰ ਕਿੱਥੇ ਦੇਖੇਗਾ? ਫਿਰ ਉਹ ਭਗਤੀ ਕਰਨੀ ਹੈ ਤੇ ਉਸ ਪਰਮਾਤਮਾ ਦੀ ਭਗਤੀ ਕਰ ਜਿਹੜਾ ਇਨਸਾਨ ਚ ਵਸਦਾ ਹੈ, ਨਰ ਚ ਨਾਰਾਇਣ ਹੈ। ਤੇ ਗੁਰੂ ਸਾਹਿਬ ਨੇ ਇੰਨੀ ਗੱਲ ਸਮਝਾਈ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਗਲਾਂ ਰਾਜ ਪੂਰਾ ਪਾੜ ਮਾਰਿਆ था। ਉਹ ਕਹਿੰਦਾ ਮੈਂ ਉਹ ਕਹਿੰਦਾ ਮੈਂ ਤੇਰਾ ਬੰਦਾ, ਇਹ ਨਾਂ ਰੱਖਿਆ ਬੰਦਾ ਸਿੰਘ ਬਹਾਦਰ। ਗੱਲ ਸਮਝੋ, ਇਹ ਜਿਹੜੀਆਂ ਚੀਜ਼ਾਂ ਨੇ ਉਹਨੂੰ ਸਮਝੋ। ਔਰ ਮੈਂ ਐਂਡ ਦੇ ਵਿੱਚ ਆਪਣੇ ਕੋਈ ਨਹੀਂ ਲੋਕ ਮਹਾਰਾਜ ਇਹ ਚੀਜ਼ਾਂ ਦੇਖਦਾ ਫਿਰ ਪਰਿਵਾਰ ਉਹਦੇ ਪਰਿਵਾਰ ਮੈਂ ਹੁਣ ਐਂਡ ਕਰਦਾ। ਗੁਰੂ ਸਾਹਿਬ ਦੀਆਂ ਗੱਲਾਂ ਕੀਤੀਆਂ ਮਿੱਤਰ ਤੇ ਰਿਹਾ ਕਿਹਾ ਮੈਂ ਜਿਉਂਦੇ ਰਹੋ ਯਾਰ, ਕੋਈ ਬੜਾ ਸੋਹਣਾ ਹੋਏ ਬਹੁਤ ਵਧੀਆ ਬਹੁਤ। ਮੈਂ ਐਂਡ ਕਰਦਾ। ਮੇਰੀ ਮਾਂ ਦੇਖੋ, ਮੇਰੀ ਮਾਂ ਹਿੰਦੂ ਸੀ, ਪਿਓ ਖਾਲਸ ਸਿੱਖ, ਮਤਲਬ ਚਕਰਾਤੇ। ਮੇਰਾ ਫਾਦਰ ਜਦੋਂ 4 ਭਾਈ ਹੁੰਦੇ ਸੀਗੇ ਤੇ ਮੇਰਾ ਦਾਦਾ ਉੱਥੇ ਉਹਨਾਂ ਨੂੰ ਬੈਠ ਕੇ ਗੁਰਬਾਣੀ ਦੀਆਂ ਤੁਕਾਂ ਸੁਣਦਾ ਜਾਂ ਉਹਦੀ ਐਜੂਕੇਸ਼ਨ ਗੁਰਬਾਣੀ ਹੋਵੇ ਕੋਈ ਹੋਵੇ ਰਸਤਾ ਦੇ ਇੱਕ ਹੈ ਨਾ। ਤੇ ਮੇਰੀ ਮਾਂ ਕਹਿੰਦੀ ਮੇਰੀ ਬੇਟਾ ਜ਼ਿੰਦਗੀ ਚ ਯਾਦ ਰੱਖੀ ਪਰਿਤਰਾ ਨਾਮ ਸਾਧੂ ਨਾਮ विनाश आ जाए दुष्कृता धर्म संस्थापना साए सब भवानी युगे युगे। मतलब जद जद जुल्म बढ़ता, जद जद गरीबों के मजलूमां के उत्ते ਉਹਦੇ ਅਧਿਕਾਰ ਖੋਏ ਜਾਂਦੇ ਆ, ਪਰਮਾਤਮਾ ਆਪਣੇ ਬੰਦਿਆਂ ਰਾਹੀਂ ਧਰਮ ਦੀ ਸਥਾਪਨਾ ਕਰਾਉਂਦਾ ਹੈ। ਕਿਸਾਨ ਚੁਣਿਆ ਰੱਬ ਨੇ, ਕਿਸਾਨ ਚੁਣਿਆ ਉਹਦੇ ਨਾਲ ਲੱਗੋ, ਉਹਦੇ ਮੋਢੇ ਨਾਲ ਮੋਢਾ ਜੋੜੋ। ਇਹ ਥੋੜੀ ਲੜਾਈ ਹੈ ਭਾਜੀ, ਉਹ ਲੜ ਰਿਹਾ ਤੁਸੀਂ ਵੀ ਲੜੋ। ਮੈਂ ਤੁਹਾਨੂੰ ਕਹਿ ਰਿਹਾ ਇਹ ਆਪਾਂ ਜੇ ਇੱਕ ਇਹ ਆਪਣੀ ਜਿੱਤ ਹੈ। ਸੰਗਠਿਤ ਹੋਈ ਸ਼ਕਤੀ ਜਿੱਤ ਦਾ ਕਾਰਨ, ਤੇ ਉਹੀ ਸ਼ਕਤੀ ਵਿਭਾਜਿਤ ਹੋ ਜੇ ਪਤਨ ਦਾ ਕਾਰਨ। ਅੱਛਾ ਛੋਟੀਆਂ ਗੇਮਾਂ ਖੇਡ ਰਹੇ ਆ, ਸਿੱਧੂ ਦੇ ਖਿਲਾਫ ਇਹਨਾਂ ਨੂੰ ਕਹਿਣ ਨੂੰ ਕੁਝ ਨਹੀਂ। ਇਹ ਮਿੱਠੇ ਛੜਿਆੰਦਰ ਰਚਦੇ ਮੈਂ ਮਾਰਦਾ ਭਿਉਂ ਕੇ ਠਾੜ ਕਰ ਧਰਮ ਨਾਲ ਖੜੇ ਆ। ਇਹ ਪਿੱਠ ਤੇ ਵਾਰ ਕਰਦੇ, ਮੈਂ ਕਹਿੰਦਾ ਛਾਤੀ ਤੇ ਆ, ਜਦੋਂ ਛਾਤੀ ਤੇ ਭੱਜਦੇ 100 ਗਿੱਦੜ शेर की पूछ लू हथ पाओगे तो शेर की पप्पी दो आया मारू 5 खा शेर वो आज ने पले करना। आज भंडारी के कोल गया दुनिया कहना मैं मेरे श्री का आशीर्वाद दे, वो कहती जथा धर्मा कथा विजया तो फिर धर्म उत्थे जितो। जी असल में ना ये गल्लां लोकां 'च बैठ के हर पॉलिटिशियन या हर बंदे को उम्मीद करिए कि करदे नहीं, ਉਹਦੇ ਵਿੱਚ ਹੋਰ ਵੀ ਕਾਰਨ ਨੇ। ਉਹ ਬੰਦਾ ਆਪ ਕਿਤੇ ਨਾ ਕਿਤੇ ਕੰਪਰੋਮਾਈਜ਼ ਹੈ, ਉਹਨੇ ਆਪ ਕਿਸ ਤੋਂ ਫੜਿਆ ਕਿਸ ਤੋਂ ਲੈਤਾ ਹੈ, ਜਾਂ ਜੋ ਬੰਦਾ ਕੋਈ ਕਰਪਸ਼ਨ ਐਲੀਗੇਸ਼ਨ ਲੱਗਦਾ। ਅੱਛਾ ਤੁਸੀਂ ਸੈਂਟਰ ਬਾਰੇ ਤੁਸੀਂ ਇਹ ਸੱਚ ਬੋਲ ਦੋ, ਕਰਜ਼ ਦਾ ਸੱਚ, ਟੈਕਸਾਂ ਦਾ ਸੱਚ, ਥੋੜੀ ਡੈਮੋਕ੍ਰੇਸੀ ਦਾ ਸੱਚ, ਤੁਸੀਂ ਇਹ ਬੋਲ ਦੋ ਖੁੱਲ ਕੇ ਅਤੇ ਉਹ ਸਾਰੀ ਦੁਨੀਆ 'ਚੋਂ ਆਵਾਜ਼ ਆਵੇ। ਤੁਹਾਡੇ 'ਚ ਕੋਈ ਵੀ ਥੋੜੀ ਕੁਝ ਵੀ ਗਲਤੀ ਹੋਵੇ ਉਹ ਤਾਂ ਉਹਦੀ ਕਦੇ ਸੀਬੀਆਈ ਭੇਜਣੀ, ਕਦੇ ਆਈਟੀ ਭੇਜਣੀ, ਕਦੇ ਈਡੀ ਭੇਜਣਗੇ, ਉਹੀ ਢੇਰ ਕਰ ਦੇਣਗੇ। ਇਹ ਤਾਂ ਸਿਰਫ ਇੱਕ ਇਮਾਨਦਾਰ ਬੰਦਾ ਹੀ ਉੱਠ ਕੇ ਇਹ ਗੱਲ ਕਰਕੇ ਲੋਕਾਂ ਵਿੱਚ ਦੱਸ ਸਕਦਾ, ਨਹੀਂ ਤਾਂ ਇਹਨਾਂ ਨੇ ਬਣਾ ਲਿਆ ਆਪਣਾ ਸਿਸਟਮ ਫੜਨ ਦਾ। ਕਿਰਦਾਰ ਕਦੋਂ ਫੇਰੂ ਹੁੰਦਾ, ਕਿਰਦਾਰ ਕਦੋਂ ਫੇਰੂ ਜਦੋਂ ਤੁਸੀਂ ਸਮਝੌਤਾ ਕਰਦੇ ਆਪਣੇ ਪੁੱਤ ਲਈ ਸਮਝੌਤਾ ਕਰਦੇ ਹੋ।
ਹੈ ਆਪਣੇ ਬਿਜ਼ਨਸ ਦੀ ਸਮਝੌਤਾ ਕਰਦੇ ਹੋ ਮੈਂ ਨਹੀਂ ਬੋਲਣਾ ਯਾਰ ਮੈਨੂੰ ਕੀ ਸਾਨੂੰ ਕੀ ਸਾਡਾ ਕੀ ਇਹ ਮੇਰਾ ਤੇਰਾ ਛੱਡੋ ਉਹ ਸਾਡਾ ਪੰਜਾਬ ਸਾਡਾ ਅੰਦੋਲਨ ਦੇਖੋ ਝੰਡੇ ਜਿਹੜਾ ਲੱਗਾ ਗੱਲ ਸਮਝ ਲਓ ਉਹ ਗਿਆਨੀ ਬਾਦੀ ਕਿਆ ਦੀ ਪਿਆਰੀ ਜੇ ਪਿੰਡ ਮਾਰੂ ਮੈਂ ਚਾਹ ਨਿਕਲੋ ਅੰਦਰੋਂ ਮੇਰੇ ਭਾਈ ਚਲੋ ਬਹੁਤ ਚੰਗਾ ਲੱਗਿਆ ਭਾਈ ਹਾਂਜੀ ਭਾਈ ਆ ਜਾਓ ਚੰਗਾ ਭਾਈ ਬਣਾ ਮੈਂ ਵੀ ਉਧਰਾ ਮੈਂ ਕਿਹਾ ਇੱਕ ਕੀ ਤੂੰ 10 ਕੇ ਜਾਣਾ ਕਿ ਤੂੰ ਰੋਕਣਾ ਨਹੀਂ ਗੁਰੂ ਆਵੇ ਉਹਦੇ ਕੋਈ ਹੰਕਾਰ ਮੇਰੀ ਮੈਂ ਮੁੱਕੀ ਫਿਰ ਤੂੰ ਜਿੱਥੇ ਮੇਰੀ ਮੈਂ ਉੱਥੇ ਨਹੀਂ ਚਲੋ ਭਾਈ ਆਤਾ ਵਾਪਸ ਚਲੋ ਭਾਈ ਆ ਤੇਰੇ ਸ਼ਾਬਾਸ਼ ਏ ਵਾਲ ਦੇਖ ਕੋਈ ਆਦੀ ਆ ਯਾਰ ਤੂੰ ਸਾਂ ਵਾਲ ਖੜੇ ਆ ਸੀਨਾ ਤਾਂ ਉਹ ਦੇ ਦੋ ਵਾਲ ਦੇ ਜਲ ਲੱਗੇ ਜਲ ਸ਼ਾਬਾਸ਼ ਏਦਾਂ ਹੀ ਤੇਰੇ ਕੀ ਕਰਾਤਾ ਅਦਰ ਸ਼ੰਕੂ ਫੋਟੋ ਕਹਿ ਨਹੀਂ ਰੱਬ ਓਕੇ ਜੀ ਹੋਇਆ ਹੋਇਆ हाँ ये महाराज तेरी भरजाई मेरी भी भरजाई चलो भाई इंस्पेक्टर पीछे ट्रैफिक लंघन में अपने चौधर आ जाइए आओ सेल्फी लो जितना नावटी मेरी है प्यार करता चाह मैं तेरे बोलो ਖਬਰਾਂ ਨਾਲ ਜੁੜੇ ਰਹੋ ਦਿਨ ਰਾਤ ਸਿਰਫ ਪੰਜਾਬ ਵਾਇਰ ਨਿਊਜ਼ ਦੇ ਨਾਲ।